ਜਦੋਂ ਅਸੀਂ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ ਕਿ ਇਮੀਗ੍ਰੇਸ਼ਨ ਤੇ ਕੈਨੇਡਾ ਦਾ ਨਾਮ ਸਭ ਤੋਂ ਪਹਿਲਾਂ ਦਿਮਾਗ ਦੇ ਵਿੱਚ ਆਉਂਦਾ ਹੈ ਕਿਉਂਕਿ ਕੈਨੇਡਾ ਹੈ ਹੀ ਇਮੀਗ੍ਰੈਂਟਸ ਦੀ ਧਰਤੀ। ਪਰ ਇਸ ਸਮੇਂ ਅਸੀਂ ਜਦੋਂ 2021 ਦੇ ਵਿੱਚ ਬੈਠੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਜਿਹੜੇ ਕੈਨੇਡਾ ਦੀ ਧਰਤੀ ਤੇ ਆ ਵੀ ਰਹੇ ਨੇ, ਆ ਕੇ ਵਸ ਵੀ ਰਹੇ ਨੇ, ਇੱਥੇ ਪਰਮਾਨੈਂਟ ਰੈਜ਼ੀਡੈਂਸੀ ਵੀ ਲੈ ਰਹੇ ਨੇ ਤੇ ਉਹ ਚਾਹੁੰਦੇ ਨੇ ਕਿ ਸਾਡਾ ਫਿਊਚਰ ਵੀ ਇੱਥੇ ਹੀ ਹੋਵੇ। ਪਰ ਜੇ ਅਸੀਂ ਪਿਛਲੇ ਜ਼ਮਾਨੇ ਤੇ ਨਜ਼ਰ ਮਾਰੀਏ, ਪਿਛਲੀਆਂ ਜੇ ਅਸੀਂ ਸਾਲਾਂ ਤੇ ਦੇਖੀਏ ਤਾਂ ਕਈ ਵਾਰ ਤਾਂ ਇਦਾਂ ਸੀਗਾ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਬਿਲਕੁਲ ਬੰਦ ਹੈ, ਤੁਸੀਂ ਜਾ ਹੀ ਨਹੀਂ ਸਕਦੇ, ਬੜੇ ਸਖਤ ਕਾਨੂੰਨ ਹੈਗੇ ਨੇ। ਫਿਰ 2015 ਤੋਂ ਅਸੀਂ ਸ਼ੁਰੂ ਕਰੀਏ ਤਾਂ ਕਹਿੰਦੇ ਲਿਬਰਲ ਗਵਰਨਮੈਂਟ ਨੇ ਬਹੁਤ ਵਧੀਆ ਕਾਨੂੰਨ ਲਿਆਂਦੇ ਨੇ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਲੋਕ ਇੱਥੇ ਆ ਰਹੇ ਨੇ। ਖਾਸ ਕਰਕੇ ਸਟੂਡੈਂਟਸ ਦੀ ਜੇ ਗੱਲ ਕਰੀਏ, ਪਹਿਲਾਂ ਅਸੀਂ ਕਦੇ ਨਹੀਂ ਸੁਣਿਆ ਸੀ ਕਿ ਛੋਟੇ-ਛੋਟੇ 10-12 ਪੜ੍ਹ ਕੇ ਤੇ ਅਸੀਂ ਬਾਅਦ ਵਿੱਚ ਇੱਕ ਕੋਰਸ ਕਰਨਾ ਛੋਟਾ ਜਿਹਾ ਤੇ ਉਸ ਤੋਂ ਬਾਅਦ ਅਸੀਂ ਕੈਨੇਡਾ ਦੇ ਵਿੱਚ ਚਲ ਜਾਣਾ ਤੇ ਉੱਥੇ ਅਸੀਂ ਪੜ੍ਹ ਸਕਦੇ ਹਾਂ। ਪਰ ਹੁਣ ਜਦੋਂ ਅਸੀਂ ਪਹਿਲੇ ਜ਼ਮਾਨੇ ਦੀ ਗੱਲ ਕਰਦੇ ਹਾਂ ਕਿ ਪਿਛਲੇ ਜ਼ਮਾਨੇ ਦੇ ਵਿੱਚ ਇਦਾਂ ਸਟੂਡੈਂਟ ਨਹੀਂ ਆਉਂਦੇ ਸੀ, ਹੁਣ ਸਟੂਡੈਂਟਸ ਵੀ ਆ ਰਹੇ ਨੇ, ਲੋਕ ਪਰਮਾਨੈਂਟ ਵੀ ਆ ਰਹੇ ਨੇ, ਕੰਮ ਕਰਨ ਦੇ ਲਈ ਵੀ ਆ ਰਹੇ ਨੇ ਤੇ ਬਹੁਤ ਜ਼ਿਆਦਾ ਜਿਹੜੇ ਇਮੀਗ੍ਰੇਸ਼ਨ ਦੇ ਨਿਯਮ ਆ ਉਹ ਸੌਖੇ ਹੋ ਗਏ ਨੇ, ਰੂਲਸ ਐਂਡ ਰੈਗੂਲੇਸ਼ਨ ਸੌਖੀਆਂ ਹੋ ਗਈਆਂ ਨੇ। ਪਰ ਪਿਛਲੇ ਜ਼ਮਾਨੇ 'ਚ ਕਿਸ ਤਰ੍ਹਾਂ ਸੀ, ਕਿਸ ਤਰ੍ਹਾਂ ਪਹਿਲਾਂ ਜਦੋਂ ਅਸੀਂ 1900 ਦੀ ਗੱਲ ਕਰਦੇ ਹਾਂ ਉਸ ਤੋਂ ਬਾਅਦ ਕਿਸ ਤਰ੍ਹਾਂ ਇਮੀਗ੍ਰੇਸ਼ਨ ਰਹੀ ਹੈ, ਕਿਸ ਤਰ੍ਹਾਂ ਇਹਦੀਆਂ ਵੇਵਸ ਆਈਆਂ ਨੇ, ਕਿਵੇਂ ਲੋਕ ਕਿੰਨੀ ਗਿਣਤੀ ਦੇ ਵਿੱਚ ਆਏ ਨੇ, ਅੱਜ ਇਸ ਸਭ ਬਾਰੇ ਵਿਸਤਾਰ ਦੇ ਨਾਲ ਗੱਲਬਾਤ ਹੋਵੇਗੀ। ਅੱਜ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਐਕਸ MP ਨੇ, ਤੁਸੀਂ ਸਾਰੇ ਬਾਖੂਬੀ ਜਾਣਦੇ ਹੋ, ਆਪੋਜੀਸ਼ਨ ਪਾਰਟੀ ਦੇ ਵਿੱਚ ਉਹਨਾਂ ਨੇ ਬੜੇ ਧੜੱਲੇਦਾਰ ਕੰਮ ਕੀਤੇ ਨੇ। ਨਾਲ ਇਮੀਗ੍ਰੇਸ਼ਨ ਪਾਲਿਸੀਜ਼ ਨੂੰ ਚਾਹੇ ਨਵੀਂ ਇੰਟਰੋਡਿਊਸ ਕਰਾਉਣੀ ਹੋਵੇ, ਚਾਹੇ ਉਹ 'ਚ ਅਮੈਂਡ ਕਰਾਉਣਾ ਹੋਵੇ, ਉਹਨਾਂ ਦਾ ਬਹੁਤ ਵੱਡਾ ਰੋਲ ਰਿਹਾ, ਖਾਸ ਰੋਲ ਰਿਹਾ। ਤੇ ਆਓ ਫਿਰ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਮੇਰੇ ਨਾਲ ਨੇ ਮਿਸਟਰ ਗੁਰਮੰਤ ਗਰੇਵਾਲ। ਸੋ ਮਿਸਟਰ ਗਰੇਵਾਲ, ਸਵਾਗਤ ਹੈ ਜੀ। ਥੈਂਕ ਯੂ ਜੀ। ਸੋ ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈ ਮਿਸਟਰ ਗਰੇਵਾਲ ਕਿ ਤੁਹਾਡਾ ਬਹੁਤ ਵੱਡਾ ਹੱਥ ਰਿਹਾ ਹੈ, ਚਾਹੇ ਕੋਈ ਵੀ ਪਾਲਿਸੀ ਅਸੀਂ ਇੰਟਰੋਡਿਊਸ ਕਰਾਉਣੀ ਸੀ, ਚਾਹੇ ਕਿਸੇ ਅਮੈਂਡਮੈਂਟ ਕਰਾਉਣੀ ਸੀ, ਚਾਹੇ ਕਿਸੇ ਰੂਲਸ ਰੈਗੂਲੇਸ਼ਨ ਕੁਝ ਗਲਤ ਹੋ ਰਿਹਾ ਸੀ ਤਾਂ ਤੁਸੀਂ ਹਮੇਸ਼ਾ ਆਪਣੀ ਆਵਾਜ਼ ਉਠਾਈ ਹੈ। ਪਰ ਸਭ ਤੋਂ ਪਹਿਲਾਂ ਇਮੀਗ੍ਰੇਸ਼ਨ ਦੇ ਲਈ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਕੈਨੇਡਾ ਦਾ ਨਾਮ ਸਾਡੇ ਦਿਮਾਗ 'ਚ ਸਭ ਤੋਂ ਪਹਿਲਾਂ ਆਉਂਦਾ। ਕਿਸੇ ਹੋਰ ਕੰਟਰੀ ਦੇ ਵਿੱਚ ਕਿਸੇ ਇਨਸਾਨ ਦੇ ਨਾਲ ਪੁੱਛ ਲਓ, ਚਾਹੇ ਅਸੀਂ ਇੰਡੀਆ ਦੇ ਵਿੱਚ ਆ, ਚਾਹੇ ਅਸੀਂ ਪਾਕਿਸਤਾਨ ਦੇ ਵਿੱਚ ਆ, ਚਾਹੇ ਅਸੀਂ ਇੰਗਲੈਂਡ ਦੇ ਵਿੱਚ ਆ, ਸਾਰੇ ਕਹਿੰਦੇ ਕਿ ਲੌਂਗ ਟਰਮ ਗੋਲ ਇਹ ਹੈ ਕਿ ਕੈਨੇਡਾ ਦੇ ਵਿੱਚ ਸੈਟਲ ਹੋ ਜਾਈਏ। ਕਿ ਤੁਹਾਨੂੰ ਕੀ ਲੱਗਦਾ ਕੀ ਕਾਰਨ ਰਹੇ ਨੇ ਕਿ ਲੋਕਾਂ ਦੀ ਪਹਿਲੀ ਪਸੰਦ ਕੈਨੇਡਾ ਬਣਿਆ? ਬਿਲਕੁਲ, ਬਹੁਤ ਵਧੀਆ ਕੁਐਸਚਨ ਹੈ ਜੀ। ਕੈਨੇਡਾ, ਅਸੀਂ ਬੜੇ ਲੱਕੀ ਹਾਂ ਕਿ ਅਸੀਂ ਕੈਨੇਡਾ 'ਚ ਰਹਿੰਦੇ ਹਾਂ ਜੀ। ਦੁਨੀਆ 'ਚ ਹੋਰ ਬਹੁਤ ਲੋਕ ਲੱਕੀ ਬਣਨਾ ਚਾਹੁੰਦੇ ਨੇ ਕੈਨੇਡਾ ਆਉਣ ਦੇ ਲਈ, ਕਿਉਂਕਿ ਕੈਨੇਡਾ ਕੁਦਰਤ ਦੇ ਪੁਆਇੰਟ ਆਫ ਵਿਊ ਨਾਲ ਬੜਾ ਸੋਹਣਾ, ਸਾਡੇ ਕੋਲ ਬੜੇ ਵਧੀਆ ਨਜ਼ਾਰੇ ਨੇ ਦੇਖਣ ਨੂੰ। ਕੈਨੇਡਾ ਦੇ ਵਿੱਚ ਘੁੰਮਣ ਫਿਰਨ ਲਈ ਬਹੁਤ ਵਧੀਆ ਜਗ੍ਹਾ, ਦੁਨੀਆ ਦਾ ਸੈਕੰਡ ਲਾਰਜੈਸਟ ਕੰਟਰੀ ਹੈ ਤੇ ਇੱਕ ਇਹਦੀਆਂ ਹੋਰ ਬੜੀਆਂ ਖੂਬੀਆਂ ਨੇ ਕਿ ਇਹ ਇੱਕ ਮਲਟੀਕਲਚਰਲ ਕੰਟਰੀ ਹੈ। ਮਲਟੀਕਲਚਰਲਿਜ਼ਮ ਦਾ ਜਿਹੜਾ ਕਨਸੈਪਟ ਹੈ ਦੁਨੀਆ ਦੇ ਵਿੱਚ, ਕੈਨੇਡਾ ਨਾਲੋਂ ਵਧੀਆ ਹੋਰ ਕੋਈ ਵੀ ਦੁਨੀਆ ਦਾ ਕੰਟਰੀ ਨਹੀਂ ਜਾਣਦਾ। ਇੱਥੇ ਡਿਫਰੈਂਟ ਲੈਂਗੁਏਜਸ, ਡਿਫਰੈਂਟ ਕਲਚਰ ਨੂੰ ਸਿਰਫ ਅਲਾਉ ਹੀ ਨਹੀਂ ਕੀਤਾ ਜਾਂਦਾ, ਬਲਕਿ ਪ੍ਰਮੋਟ ਵੀ ਕੀਤਾ ਜਾਂਦਾ। ਸਾਡੇ ਗੁਆਂਢੀ ਦੇਸ਼ ਦੇ ਵਿੱਚ ਮਲਟੀਕਲਚਰਲਿਜ਼ਮ ਦੀ ਬਜਾਏ ਮੈਲਟਿੰਗ ਪੌਟ ਸਿਸਟਮ ਹੈ ਕਿ ਤੁਹਾਨੂੰ ਆ ਕੇ ਇਹਦੇ ਵਿੱਚ ਸਮਾਉਣਾ ਪੈਂਦਾ ਸਿਸਟਮ ਦੇ ਵਿੱਚ। ਕੈਨੇਡਾ ਦੇ ਵਿੱਚ ਤੁਸੀਂ ਆਪਣੀ ਮਲਟੀਕਲਚਰਲਿਜ਼ਮ ਨੂੰ ਡਿਸਟਿੰਕਟ ਤਰੀਕੇ ਦੇ ਨਾਲ ਰੱਖ ਸਕਦੇ ਹੋ, ਡਿਸਟਿੰਗੁਇਸ਼ ਕਰ ਸਕਦੇ ਹੋ। ਫਿਰ ਇੱਥੇ ਜਿਹੜੀ ਲੈਂਗੁਏਜ ਹੈ ਇੰਗਲਿਸ਼ ਤੇ ਫਰੈਂਚ ਹੈ ਤੇ ਜਿਹੜੇ ਕਾਮਨਵੈਲਥ ਕੰਟਰੀਜ਼ ਤੋਂ ਲੋਕ ਆਉਂਦੇ ਨੇ, ਜਿਵੇਂ ਇੰਡੀਆ ਕਾਮਨਵੈਲਥ ਕੰਟਰੀ ਸੀ, ਪਾਕਿਸਤਾਨ, ਜਿਹੜੇ ਤੁਸੀਂ ਕੰਟਰੀ ਮੈਂਸ਼ਨ ਕੀਤੇ ਨੇ, ਤੇ ਉਹਨਾਂ ਨੂੰ ਇੰਗਲਿਸ਼ ਬੋਲਣ ਦੇ ਵਿੱਚ ਬਹੁਤੀ ਦਿੱਕਤ ਨਹੀਂ ਆਉਂਦੀ। ਫਿਰ ਇੱਥੋਂ ਦੀ ਜਿਹੜੀ ਵੈਲਿਊਜ਼ ਨੇ, ਹਿਊਮਨ ਰਾਈਟਸ, ਸਟੇਬਲ ਪੋਲਿਟਿਕਸ, ਸਟੇਬਲ ਇਕੋਨਮੀ, ਤੇ ਇਸ ਤੋਂ ਇਲਾਵਾ ਜਿਹੜੇ ਜਸਟਿਸ ਸਿਸਟਮ ਹੈ ਤੇ ਹੋਰ ਇੱਦਾਂ ਦੀਆਂ ਹਿਊਮਨ ਰਾਈਟਸ ਵਗੈਰਾ ਦੀਆਂ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਉਹ ਬੜੀਆਂ ਵਧੀਆ ਨੇ। ਇਕੁਆਲਿਟੀ ਹੈ, ਲੋਕਾਂ ਦੇ ਵਿੱਚ ਡਿਸਕ੍ਰਿਮੀਨੇਸ਼ਨ ਨਹੀਂ ਕੀਤੀ ਜਾਂਦੀ ਤੇ ਇਹਨਾਂ ਚੀਜ਼ਾਂ ਕਰਕੇ। ਫਿਰ ਇਸ ਤੋਂ ਇਲਾਵਾ ਹੈਲਥ ਕੇਅਰ ਕੈਨੇਡਾ ਦੀ, ਇਟ ਇਜ਼ ਆਲਸੋ ਐਨ ਐਨਵੀ ਆਫ ਦ ਵਰਲਡ। ਤੇ ਦੁਨੀਆ ਤੇ ਲੋਕ ਚਾਹੁੰਦੇ ਨੇ ਕਿ ਕੈਨੇਡਾ ਵਰਗੀ ਹੈਲਥ ਕੇਅਰ ਸਿਸਟਮ ਹੈ, ਜਿਹਨੂੰ ਅਸੀਂ ਫ੍ਰੀ ਹੈਲਥ ਕੇਅਰ ਸਿਸਟਮ ਕਹਿ ਸਕਦੇ ਹਾਂ। ਭਾਵੇਂ ਟੈਕਸ ਪੇਅਰ ਕਰਦੇ ਨੇ ਪਰ ਬਿਮਾਰੀ ਵੇਲੇ ਗਰੀਬੀ ਅਮੀਰੀ ਦਾ ਕੋਈ ਫਰਕ ਨਹੀਂ। ਸਹੀ ਹੈ। ਤੇ ਫਿਰ ਇਸ ਤੋਂ ਇਲਾਵਾ ਜਿਹੜੇ ਸਾਡੇ ਨੈਚੁਰਲ ਰਿਸੋਰਸਿਸ ਨੇ ਉਹ ਬਹੁਤ ਨੇ ਤੇ ਫਿਊਚਰ ਦੇ ਵਿੱਚ ਜੇ ਅਸੀਂ ਦੇਖੀਏ ਕੈਨੇਡਾ ਦਾ ਭਵਿੱਖ ਹੈ ਜਿਹੜਾ ਬੜਾ ਉਜਲਾ। ਸਾਡੇ ਕੋਲ ਵਰਲਡ ਦਾ 3rd ਲਾਰਜੈਸਟ ਨੈਚੁਰਲ ਗੈਸ ਤੇ ਆਇਲ ਦੇ ਰਿਜ਼ਰਵਸ ਨੇ। ਇਸ ਤੋਂ ਇਲਾਵਾ ਬੜੇ ਜਿਹੜੇ ਮਹਿੰਗੇ ਮਿਨਰਲਸ ਨੇ ਉਹ ਕੈਨੇਡਾ ਦੇ ਵਿੱਚ ਐਗਜ਼ਿਸਟ ਕਰਦੇ ਨੇ। ਤੇ ਇਸ ਤੋਂ ਬਿਨਾਂ ਸਾਡੇ এনवायरमेंट ਬੜਾ ਵਧੀਆ ਤੇ এনवायरमेंट ਪੱਖੀ ਲੋਕ ਨੇ ਤੇ ਸ਼ੁੱਧ ਹਵਾ, ਸ਼ੁੱਧ ਪਾਣੀ, ਸ਼ੁੱਧ ਸੋਇਲ ਹੈ, ਜ਼ਮੀਨ ਵਧੀਆ ਤੇ ਖੇਤੀਬਾੜੀ ਦੇ ਲਈ ਵੀ ਬੜੇ ਸੁਵਿਧਾਵਾਂ ਅਵੇਲੇਬਲ ਨੇ। ਇਸ ਤੋਂ ਇਲਾਵਾ ਕੈਨੇਡਾ ਦਾ ਕੋਈ ਦੁਸ਼ਮਣ ਨਹੀਂ ਹੈ, ਨਾ ਤਾਂ ਅਸੀਂ ਨਿਊਕਲੀਅਰ ਪਾਵਰ
ਤੇ ਨਾ ਹੀ ਸਾਡੀ ਕਿਸੇ ਨਾਲ ਦੁਸ਼ਮਣੀ ਆ, ਅਸੀਂ ਨਾ ਕਿਸੇ ਨਾਲ ਲੜਾਈ ਕਰਦੇ ਆ ਤੇ ਬੜੀ ਸ਼ਾਂਤੀ ਦੇ ਨਾਲ ਰਹਿੰਦੇ ਆ। ਸੋ ਮੇਰਾ ਖਿਆਲ ਹੈ ਇੰਨੇ ਸਾਰੇ ਕੰਬੀਨੇਸ਼ਨ ਦੁਨੀਆ ਦੇ ਹੋਰ ਕਿਸੇ ਦੇਸ਼ ਵਿੱਚ ਹੈ ਹੀ ਨਹੀਂ। ਜੀ ਬਿਲਕੁਲ ਬਿਲਕੁਲ, ਬੜੇ ਵਧੀਆ ਤਰੀਕੇ ਨਾਲ ਤੁਸੀਂ ਦੱਸਿਆ ਹੈ। ਅਸੀਂ ਡਾਇਵਰਸਿਟੀ ਨੂੰ ਅਸੀਂ ਇੱਥੇ ਪ੍ਰਮੋਟ ਕਰਦੇ ਹਾਂ, ਡਾਇਵਰਸ ਕੰਟਰੀ ਹੈਗਾ, ਡਾਇਵਰਸਿਟੀ ਸਾਡਾ ਐਸੈਟ ਹੈ। ਜਦੋਂ ਤੁਸੀਂ ਨੈਚੁਰਲ ਰਿਸੋਰਸਸ ਦੀ ਗੱਲ ਕੀਤੀ, ਤੁਸੀਂ ਦੇਖੋ ਅਸੀਂ ਟੈਪ ਵਾਟਰ ਪੀਂਦੇ ਆ। ਹਾਂਜੀ ਬਿਲਕੁਲ, ਤੁਸੀਂ ਦੇਖੋ ਕਿ ਅਸੀਂ ਕਦੇ ਵੀ ਫਿਲਟਰ ਵਾਲਾ ਪਾਣੀ ਨਹੀਂ ਪੀਂਦੇ। ਅਸੀਂ ਜਿਹੜਾ ਸਭ ਤੋਂ ਜ਼ਿਆਦਾ ਸ਼ੁੱਧ ਵਾਟਰ ਹੈਗਾ ਆ ਉਹ ਕੈਨੇਡਾ ਦੇ ਵਿੱਚ ਹੀ ਹੈਗਾ ਹੈ। ਤੇ এনवायरमेंट ਕਿੰਨਾ ਵਧੀਆ ਹੈ, ਖਾਸ ਕਰਕੇ ਜੇ ਅਸੀਂ BC ਦੀ ਗੱਲ ਕਰੀਏ ਤਾਂ ਗ੍ਰੀਨਰੀ ਸਾਰੇ ਪਾਸੇ ਹੈਗੀ ਹੈ। ਸੋ ਬੜੇ ਵਧੀਆ ਤਰੀਕੇ ਨਾਲ ਵਰਲਡ ਦੇ ਵਿੱਚ ਤੁਹਾਡੀ ਗੱਲ ਮੈਂ ਸੌਰੀ ਟੋਕਣ ਲੱਗਿਆ, ਵਰਲਡ ਦੇ ਵਿੱਚ ਜਿਹੜਾ ਕਲੀਨ ਡਰਿੰਕਿੰਗ ਵਾਟਰ ਦਾ ਸਾਰਿਆਂ ਨਾਲੋਂ ਵੱਡਾ ਰਿਜ਼ਰਵ ਉਹ ਵੀ ਕੈਨੇਡਾ ਦੇ ਵਿੱਚ ਹੈ। ਬਿਲਕੁਲ। ਤੇ ਨਾਲ ਹੁਣ ਜਦੋਂ ਇਮੀਗ੍ਰੇਸ਼ਨ ਦੀ ਗੱਲ ਆਉਂਦੀ ਹੈ ਤੇ ਇਮੀਗ੍ਰੇਸ਼ਨ ਦੀ ਅਸੀਂ ਅੱਜ ਗੱਲ ਕਰ ਰਹੇ ਹਾਂ ਕਿ ਲੋਕ ਇੱਥੇ ਆ ਕੇ ਵਸਣਾ ਪਸੰਦ ਕਰਦੇ ਆ। ਸਾਡੇ ਵੀ ਅਸੀਂ ਇੰਡੀਆ ਤੋਂ ਦੇਖਿਆ, ਖਾਸ ਕਰਕੇ ਪੰਜਾਬ ਤੋਂ ਲੋਕ ਬਹੁਤ ਜ਼ਿਆਦਾ ਇੱਥੇ ਆ ਕੇ ਵਸੇ। ਹੁਣ ਅਸੀਂ ਸਰੀ ਨੂੰ ਤਾਂ ਮਿਨੀ ਪੰਜਾਬ ਹੀ ਕਹਿਣ ਲੱਗ ਗਏ ਆ। ਤਾਂ ਇਮੀਗ੍ਰੇਸ਼ਨ ਪਹਿਲਾਂ ਵਾਲੇ ਸਮੇਂ ਦੇ ਵਿੱਚ ਫਲਕਚੁਏਟ ਕਰਦੀ ਰਹੀ ਹੈ, ਵੇਵਸ ਆਉਂਦੀਆਂ ਰਹੀਆਂ ਨੇ। ਕਦੇ ਇਮੀਗ੍ਰੇਸ਼ਨ ਬਹੁਤ ਥੋੜੀ ਹੁੰਦੀ ਸੀ, ਕਦੇ ਇਮੀਗ੍ਰੇਸ਼ਨ ਦੇ ਵਿੱਚ ਲੋਕ ਬਹੁਤ ਜ਼ਿਆਦਾ ਆ ਜਾਂਦੇ ਸੀ। ਸੋ ਕੀ ਕਾਰਨ ਰਹੇ ਨੇ ਕਿ ਇਮੀਗ੍ਰੇਸ਼ਨ ਇਸ ਤਰ੍ਹਾਂ ਘਟਦੀ ਵੱਧਦੀ ਰਹੀ ਹੈ? ਦੇਖੋ, ਜਦੋਂ ਅਸੀਂ ਡੇਟਾ ਦੇਖਦੇ ਹਾਂ ਤਾਂ ਇਹਦੇ ਵਿੱਚ ਦੇਖਦੇ ਹਾਂ ਕਿ 1902 ਦੇ ਵਿੱਚ ਇਮੀਗ੍ਰੇਸ਼ਨ ਕਿੰਨੀ ਜ਼ਿਆਦਾ ਸੀ, ਤਕਰੀਬਨ 4 ਲੱਖ ਦੇ ਕਰੀਬ ਲੋਕ ਕੈਨੇਡਾ ਚ ਆਏ। ਉਦੋਂ ਕੈਨੇਡਾ ਦੀ ਪੋਪੂਲੇਸ਼ਨ ਕਿੰਨੀ ਘੱਟ ਸੀ ਜੀ। ਉਸ ਤੋਂ ਬਾਅਦ ਫਿਰ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਡਿਫਰੈਂਟ ਵੇਵਸ ਸੀਗੀਆਂ, ਜਿੱਦਾਂ ਗ੍ਰਾਫ ਸ਼ੋ ਕਰ ਰਹੇ ਨੇ, ਉਹਦੇ ਚ ਅਪਸ ਐਂਡ ਡਾਊਨਸ ਨੇ। ਤੇ ਡਿਫਰੈਂਟ ਗਵਰਨਮੈਂਟਸ ਦੇ ਉੱਤੇ ਵੀ ਡਿਪੈਂਡ ਕਰਦਾ ਰਿਹਾ ਕਿ ਇਮੀਗ੍ਰੇਸ਼ਨ ਜ਼ਿਆਦਾ ਅਲਾਉ ਕੀਤੀ ਹੈ ਜਾਂ ਘੱਟ ਕੀਤੀ ਹੈ ਜਾਂ ਰਿਸਟ੍ਰਿਕਸ਼ਨਸ ਲਾਈਆਂ ਨੇ। ਇੱਥੇ ਤੱਕ ਕਿ ਕਿੱਦਾਂ ਦੀ ਸਿਚੁਏਸ਼ਨ ਪਹੁੰਚ ਗਈ 1913-14 ਵੇਲੇ, ਜਦੋਂ ਕਾਮਾਗਾਟਾ ਮਾਰੂ ਦੀ ਸਿਚੁਏਸ਼ਨ ਸੀ ਕਿ ਇਮੀਗ੍ਰੈਂਟਾਂ ਨੂੰ ਰੋਕਿਆ ਜਾਣ ਲੱਗਿਆ। ਤੇ ਜਿਹੜੇ ਪਹਿਲਾਂ ਇਮੀਗ੍ਰੈਂਟ ਜ਼ਿਆਦਾ ਆਉਂਦੇ ਸੀਗੇ ਯੂਰਪੀਅਨ ਕੰਟਰੀਆਂ ਤੋਂ, ਇਨ ਅਦਰ ਵਰਡਸ ਵਾਈਟ, ਤੇ ਉਹਨਾਂ ਨੂੰ ਨਾਲੇ ਤਾਂ ਫੀਸਾਂ ਮਾਫ ਸੀ ਤੇ ਨਾਲੇ ਉਹਨਾਂ ਨੂੰ ਗਵਰਨਮੈਂਟ ਪੈਸੇ ਦਿੰਦੀ ਸੀ, ਕੋਲੋਂ ਜ਼ਮੀਨਾਂ ਦਿੰਦੀ ਸੀ। ਜਿਹੜੇ ਸਾਡੇ ਲੋਕ ਸੀਗੇ, ਜਿਹੜੇ ਮਾਈਨੋਰਿਟੀਜ਼ ਸੀਗੀਆਂ, ਵਿਜ਼ੀਬਲ ਮਾਈਨੋਰਿਟੀਜ਼, ਉਹਨਾਂ ਨੂੰ ਨਾਲੇ ਤਾਂ ਉਹਨਾਂ ਦੇ ਹੈਡ ਟੈਕਸ ਲਾਇਆ ਜਾਂਦਾ ਸੀ ਤੇ ਨਾਲੇ ਉਹਨਾਂ ਨੂੰ ਫੈਮਿਲੀ ਨਹੀਂ ਸੀ ਅਲਾਉ ਕਰਦੇ, ਰਿਸਟ੍ਰਿਕਸ਼ਨ ਸੀਗੀਆਂ। ਤੇ ਬੜੇ ਡਿਫਿਕਲਟ ਟਾਈਮ ਵਿੱਚ ਦੀ ਸਾਡੇ ਲੋਕ ਲੰਘੇ ਨੇ। ਵੋਟ ਦਾ ਹੱਕ ਨਹੀਂ ਸੀਗਾ, ਸਿਟੀਜ਼ਨਸ਼ਿਪ ਨਹੀਂ ਸੀ ਪਹਿਲਾਂ ਦਿੰਦੇ, ਤੇ ਉਹਨਾਂ ਚੀਜ਼ਾਂ ਲਈ ਜਦੋਜਹਿਦ ਹੋਏ, ਫਾਈਟ ਕੀਤਾ ਤੇ ਲੋਕਾਂ ਨੇ ਉਹ ਹੱਕ ਲਏ। ਉਸ ਤੋਂ ਬਾਅਦ ਫਿਰ ਜਿਹੜਾ ਅਜੋਕਾ ਸਮਾਂ ਸੀ, ਇਹਦੇ ਵਿੱਚ ਇਮੀਗ੍ਰੇਸ਼ਨ ਵੀ ਅਪਸ ਐਂਡ ਡਾਊਨਸ ਰਹੇ ਨੇ। ਤੁਹਾਨੂੰ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਹੈਰਾਨੀ ਹੋਏਗੀ ਕਿ ਇੱਕ ਇੱਥੇ ਪਾਰਟੀ ਸੀ, ਪੋਲੀਟੀਕਲ ਪਾਰਟੀ, ਬਹੁਤ ਜਿਹੜੇ ਪੁਰਾਣੇ ਲੋਕ ਆਏ ਜਾਣਦੇ ਨੇ, ਰਿਫਾਰਮ ਪਾਰਟੀ ਆਫ ਕੈਨੇਡਾ। ਉਹਨੂੰ ਇੱਕ ਰੇਸਿਸਟ ਪਾਰਟੀ ਗਿਣਿਆ ਜਾਂਦਾ ਸੀ, ਕਿਉਂਕਿ ਉਹਨਾਂ ਦੇ ਵਿੱਚ ਜਿਹੜੀ ਉਹ ਪਾਰਟੀ ਬਣਾਈ ਸੀ ਵੈਸਟਰਨ ਕੈਨੇਡਾ ਦੇ ਵਿੱਚੋਂ, ਤੇ ਉਹਦੇ ਵਿੱਚ ਰੇਸਿਸਟ ਐਲੀਮੈਂਟਸ ਵੀ ਸੀ ਤੇ ਉਹ ਅਕਸਰ ਰੇਸਿਸਟ ਕਮੈਂਟ ਕਰਦੇ ਸੀ। ਪਾਰਟੀ ਦੀ ਜਿਹੜੀ ਪਾਲਿਸੀ ਸੀ ਉਹਦੇ ਵਿੱਚ 3 ਚੀਜ਼ਾਂ ਮੈਨੂੰ ਚੰਗੀਆਂ ਨਹੀਂ ਸੀ ਲੱਗਦੀਆਂ। ਉਹ ਸੀਗੀਆਂ, ਇੱਕ ਕਿ ਇਮੀਗ੍ਰੇਸ਼ਨ ਦਾ ਕੈਪ 1.5 ਲੱਖ, ਇਹ ਤੋਂ ਵੱਧ ਨਹੀਂ ਇਮੀਗ੍ਰੈਂਟ ਆਉਣ ਦੇਣੇ, 1,50,000, ਵਿਚ ਇਜ਼ ਅਬਾਊਟ 0.5% ਆਫ ਦ ਪਾਪੂਲੇਸ਼ਨ। ਫਿਰ ਉਸ ਤੋਂ ਬਿਨਾਂ ਕਿ ਜਿਹੜੇ ਇਮੀਗ੍ਰੈਂਟ ਨੇ ਉਹਨਾਂ ਦੇ ਉੱਤੇ ਇੱਦਾਂ ਦੀਆਂ ਰਿਸਟ੍ਰਿਕਸ਼ਨਾਂ ਲਾਈਆਂ ਜਾਣ ਕਿ ਜਿਵੇਂ ਸਿਟੀਜ਼ਨ ਨੇ ਜਿਹੜੇ ਇਕੱਲੇ ਉਹੀ ਹੈਲਥ ਕੇਅਰ ਤੇ ਸੋਸ਼ਲ ਸਰਵਿਸਿਜ਼ ਲੈ ਸਕਣ, ਬਿਨਾਂ ਸਿਟੀਜ਼ਨ ਤੋਂ ਤੁਹਾਨੂੰ ਹੈਲਥ ਕੇਅਰ ਨਹੀਂ ਅਲਾਉਡ ਹੋਣੀ ਚਾਹੀਦੀ। ਤੇ ਇਸੇ ਤਰ੍ਹਾਂ ਹੀ ਮਲਟੀਕਲਚਰਲਿਜ਼ਮ ਨੂੰ ਅਬੋਲਿਸ਼ ਕਰਨਾ। ਸੋ ਇਹ ਚੀਜ਼ਾਂ ਸੀ ਜਿਹੜੀਆਂ ਉਹ ਦੇਸ਼ ਦੇ ਫਿਊਚਰ ਦੇ ਲਈ ਘਾਤਕ ਸੀਗੀਆਂ। ਮੈਂ ਜਦੋਂ ਇਹ ਪਾਰਟੀ ਜੁਆਇਨ ਕੀਤੀ ਹੈ, ਰੇਸਿਸਟ ਪਾਰਟੀ, ਤਾਂ ਮੇਰਾ ਕਾਰਨ ਇਹ ਸੀਗਾ ਕਿ ਆਈ ਵਾਂਟਡ ਟੂ ਚੇਂਜ them। ਤੇ ਮੈਨੂੰ ਲੱਗਦਾ ਸੀਗਾ ਕਿ ਮੇਰੇ ਲਈ ਇੱਕ ਬਹੁਤ ਸਟੀਪ ਹੈ, ਚੜ੍ਹਨਾ ਬੜਾ ਮੁਸ਼ਕਲ ਹੋਏਗਾ, ਇਕੱਲੇ ਬੰਦੇ ਤੋਂ ਪਤਾ ਨਹੀਂ ਹੋਏਗਾ ਕਿ ਨਹੀਂ ਹੋਏਗਾ। ਤੇ ਮੈਂ ਇਹ ਕਰਨ ਦੇ ਲਈ ਇਸ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਸੀ। ਫਿਰ ਜਦੋਂ ਮੈਂ ਸ਼ਾਮਲ ਹੋਇਆ, ਤੁਸੀਂ ਆਹ ਡੇਟਾ ਦੇਖੋ, ਇਹਦੇ ਵਿੱਚ ਦੇਖੋਗੇ ਕਿ 1993 ਦੇ ਵਿੱਚ ਜਦੋਂ ਇਹ ਪਾਰਟੀ ਆਫੀਸ਼ੀਅਲ ਆਪੋਜੀਸ਼ਨ ਬਣੀ ਹੈ, ਤਾਂ ਇਮੀਗ੍ਰੇਸ਼ਨ ਦਾ ਜਿਹੜਾ ਲੈਵਲ ਆ ਉਹ ਕਿੰਨਾ ਘਟ ਰਿਹਾ ਜੀ। ਤੇ 1997-98 ਤੱਕ ਬਿਲਕੁਲ ਬਾਟਮ ਤੇ ਆ ਗਿਆ। ਮੈਂ ਉਸ ਤੋਂ ਬਾਅਦ 1997 ਜਦੋਂ ਇਲੈਕਟ ਹੋਇਆ ਪਹਿਲੀ ਵਾਰੀ, ਪਹਿਲਾਂ ਤਾਂ ਮੈਨੂੰ ਇਲੈਕਟ ਹੋਣ ਦੇ ਲਈ ਇਸ ਪਾਰਟੀ ਸ਼ਾਮਲ ਹੋਣ ਲਈ ਮੈਨੂੰ ਜਦੋਜਹਿਦ ਕਰਨਾ ਪਿਆ, ਫਿਰ ਨੋਮੀਨੇਸ਼ਨ ਲੈਣ ਲਈ ਜਦੋਜਹਿਦ ਕਰਨਾ ਪਿਆ, ਫਿਰ ਇਲੈਕਟ ਹੋਣ ਲਈ ਕਰਨਾ ਪਿਆ। ਇਲੈਕਟ ਹੋ ਕੇ ਮੈਨੂੰ ਆਪਣੇ ਕਾਲੀਗਸ ਦੇ ਨਾਲ ਫਾਈਟ ਕਰਨਾ ਪਿਆ, ਕਿਉਂਕਿ ਮੈਂ ਕਦੇ ਪਿੱਛੇ ਬਹਿ ਕੇ ਤਾੜੀਆਂ ਮਾਰਨ ਵਾਲਾ ਨਹੀਂ ਸੀ। ਮੈਂ ਬਲਕਿ ਜੋਸ਼ ਦੇ ਨਾਲ ਤੇ ਰਿਸਰਚ ਕਰਕੇ, ਫੈਕਟਸ ਇਕੱਠੇ ਕਰਕੇ, ਮਿਹਨਤ ਦੇ ਨਾਲ ਕੁਝ ਉਹਨਾਂ ਨੂੰ ਕਨਵਿੰਸ ਕਰਦਾ ਸੀ। ਤੇ ਮੈਂ ਹਰ ਕਾਕਸ ਦੇ ਵਿੱਚ ਇਹਨਾਂ ਇਸ਼ੂਆਂ ਦੇ ਉੱਤੇ ਇਹਨਾਂ ਨੂੰ ਰੇਜ਼ ਕਰਦਾ ਸੀ। ਕਈ ਮੈਂ ਇਸ਼ੂ ਰੇਜ਼ ਕਰਨ ਦੇ ਵਿੱਚ ਬੜਾ ਸਕਸੈਸਫੁਲ ਵੀ ਹੋਇਆ। ਆਪਾਂ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ, ਜਿਸ ਤਰ੍ਹਾਂ ਫੋਰਨ ਕ੍ਰੈਡੈਂਸ਼ੀਅਲਸ, ਮੈਂ ਪਹਿਲੀ ਵਾਰੀ ਉਹ ਇਸ਼ੂ ਲੈ ਕੇ ਆਂਦਾ ਤੇ ਮੇਰੀ ਬੜੀ ਆਪੋਜੀਸ਼ਨ ਹੋਈ, ਪਰ ਮੈਂ ਹਟਿਆ ਨਹੀਂ। ਕਾਮਾਗਾਟਾ ਮਾਰੂ ਦੀ ਮਾਫੀ ਮੰਗਾਈ ਹੈ। ਮੈਨੂੰ ਬੜਾ ਭੈੜਾ ਮੇਰੇ ਤੇ ਐਡੀਟੋਰੀਅਲ ਲਿਖੇ ਗਏ ਲੋਕਲ ਅਖਬਾਰਾਂ ਵੱਲੋਂ, ਤੇ ਮੈਨੂੰ ਬੜਾ ਕ੍ਰਿਟੀਸਾਈਜ਼ ਕੀਤਾ ਗਿਆ, ਕੰਡੈਮ ਕੀਤਾ ਗਿਆ। ਮੈਂ ਹਟਿਆ ਨਹੀਂ ਜਿੰਨਾ ਚਿਰ ਬਾਕੀ ਲੋਕ ਮੇਰੇ ਨਾਲ ਨਹੀਂ ਜੁੜੇ 3 ਸਾਲਾਂ ਦੇ ਬਾਅਦ। ਤੇ ਪਹਿਲਾਂ ਮੈਂ ਜਦੋਂ ਸ਼ੁਰੂ ਦੇ ਵਿੱਚ ਇਹ ਇਸ਼ੂ ਰੇਜ਼ ਕੀਤੇ ਨੇ, ਨਾ ਕਮਿਊਨਿਟੀ ਸਪੋਰਟ ਕਰਦੀ ਸੀ ਤੇ ਨਾ ਹੀ ਕੋਈ ਮੇਰੀ ਕਾਕਸ ਸਪੋਰਟ ਕਰਦੀ ਸੀ।
ਤੇ ਮੇਰੀ ਫੈਮਿਲੀ ਤੋਂ ਬਿਨਾਂ ਹੋਰ ਕੋਈ ਸਪੋਰਟ ਨਹੀਂ ਸੀ ਕਰਦਾ ਮੈਨੂੰ। ਤੇ ਮੇਰੇ ਕੋਲੇ ਐਡੀਟੋਰੀਅਲਸ ਪਏ ਨੇ ਅਖਬਾਰਾਂ ਦੇ ਜਿਹੜੇ ਮੇਰੇ ਤੇ ਲਿਖੇ ਗਏ ਨੇ ਕਿ ਤੈਨੂੰ ਕਾਮਾ ਘਾਟਾ ਮਾਰੂ ਦੀ ਮਾਫੀ ਮੰਗਣ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਹੈ। ਮੈਂ ਹੋਰ ਬੜੇ ਕੰਮ ਕੀਤੇ ਨੇ, ਗੋਰਿਆਂ ਵਾਲੇ ਜਿਹੜੇ ਮੇਨ ਸਟ੍ਰੀਮ ਦੇ ਕੈਨੇਡੀਅਨਸ ਦੇ ਲਈ ਇਸ਼ੂ ਸੀ ਬੜੇ ਰੇਜ਼ ਕੀਤੇ ਨੇ। ਵਿਸਲ ਬਲੋਅਰ ਪ੍ਰੋਟੈਕਸ਼ਨ ਬਿੱਲ ਮੈਂ ਲੈ ਕੇ ਆਇਆ, ਫਾਇਰ ਫਾਈਟਰ ਦੀ ਪ੍ਰੋਟੈਕਸ਼ਨ ਦੇ ਲਈ ਲੈ ਕੇ ਆਇਆ, ਹੋਰ ਇਦਾਂ ਦੇ ਮੇਰੇ ਕੋਲ ਅਨੇਕਾਂ ਬਿੱਲ ਨੇ। ਮੈਂ 50 ਬਿੱਲ ਪੇਸ਼ ਕੀਤੇ ਪਾਰਲੀਮੈਂਟ 'ਚ, ਜਿਹੜੇ ਕਿ ਐਵਰੇਜ MP 4-5 ਕਰਦੇ ਨੇ, ਤੇ ਮੇਰੇ 6 ਬਿੱਲ ਪਾਰਲੀਮੈਂਟ 'ਚੋਂ ਪਾਸ ਹੋਏ ਨੇ। ਮੇਰਾ ਇੱਕ ਬਿੱਲ ਹੈ ਜਿਹੜਾ ਸਕਰੂਟਨੀ ਆਫ ਰੈਗੂਲੇਸ਼ਨ ਨਾਲ ਸੀਗਾ, ਉਹ ਬੜਾ ਵੱਡਾ ਬਿੱਲ ਸੀਗਾ। ਨੈਸ਼ਨਲ ਪੋਸਟ ਨੇ ਉੱਤੇ ਐਡੀਟੋਰੀਅਲ ਲਿਖਿਆ ਮੇਰੇ ਬਿੱਲ ਦੇ ਉੱਤੇ, ਤੇ ਉਹ ਬਿੱਲ ਮੇਰਾ ਕੱਲਾ ਇੱਕ ਬਿੱਲ ਹੈ ਜਿਹੜਾ ਉਸ ਵੇਲੇ ਕੈਨੇਡੀਅਨ ਅਲਾਈਅੰਸ ਦੇ ਸਾਰੀ ਕੈਨੇਡੀਅਨ ਅਲਾਈਅੰਸ ਚੋਂ ਇੱਕੋ ਬਿੱਲ ਪਾਸ ਹੋਇਆ। 1997 ਤੋਂ ਲੈ ਕੇ 2003 ਤੱਕ ਜਦੋਂ ਮੇਰਾ ਬਿੱਲ ਪੇਸ਼ ਹੋਇਆ ਤਾਂ 1600 ਬਿੱਲ ਐਕਚੁਅਲੀ ਪ੍ਰਾਈਵੇਟ ਮੈਂਬਰ ਬਿੱਲ ਪਾਰਲੀਮੈਂਟ 'ਚ ਟੋਟਲ ਪੇਸ਼ ਕੀਤੇ ਗਏ। 1600 ਦੇ ਵਿੱਚੋਂ 19 ਬਿੱਲ ਪਾਸ ਹੋਏ ਸਿਰਫ ਜਿਹੜੇ ਕਾਨੂੰਨ ਬਣੇ। ਉਹਨਾਂ ਦੇ ਵਿੱਚੋਂ ਕਈ ਬਿੱਲ ਇਦਾਂ ਦੇ ਸੀ ਜਿਹੜੇ ਰਾਈਡਿੰਗ ਦਾ ਨਾਂ ਚੇਂਜ ਕਰਨਾ ਜਾਂ ਕੈਨੇਡਾ ਦਾ ਨੈਸ਼ਨਲ ਐਨੀਮਲ ਘੋੜਾ ਬਣਾਉਣਾ, ਇਦਾਂ ਦੇ ਜਿਹੜੇ ਸਬਸਟੈਂਟਿਵ ਬਿੱਲ ਸੀਗੇ ਉਹ ਚੰਦ ਕੁ ਬਿੱਲ ਸੀਗੇ, ਬਹੁਤ ਘੱਟ, 16 ਦੇ ਵਿੱਚੋਂ, ਸੌਰੀ 19 ਦੇ ਵਿੱਚੋਂ, ਤੇ ਮੇਰਾ ਬਿੱਲ ਉਹਨਾਂ ਦੇ ਵਿੱਚੋਂ ਇੱਕ ਸੀਗਾ। ਕਮਿੰਗ ਬੈਕ ਇਮੀਗ੍ਰੇਸ਼ਨ ਦੇ ਉੱਤੇ ਜਦੋਂ ਮੈਂ ਆਪਦੀ ਕਾਕਸ ਦੇ ਵਿੱਚ ਬੋਲਦਾ ਸੀਗਾ ਤੇ ਇਸ਼ੂ ਰੇਜ਼ ਕਰਦਾ ਸੀਗਾ ਤਾਂ ਬੜੀ ਮੈਨੂੰ ਦਿੱਕਤਾਂ ਆਈਆਂ। ਤੇ ਉਸ ਤੋਂ ਬਾਅਦ ਮੈਂ ਪਾਰਟੀ ਦੀ ਪਾਲਿਸੀ, ਜੇ ਤੁਸੀਂ ਪਾਰਟੀ ਦੀ ਪਾਲਿਸੀ, ਸਾਡੇ ਬੁਕਲੈਟ ਹੁੰਦੀ ਸੀ ਇੱਕ ਰਿਫਾਰਮ ਪਾਰਟੀ ਦੀ, ਜੇ ਤੁਸੀਂ ਉਹਨੂੰ ਦੇਖੋ 96, 97, 98, 99 ਤੱਕ, ਤਾਂ ਤੁਸੀਂ ਉਹ 'ਚ ਪਾਲਿਸੀ ਦੇਖੋ ਕਿੱਦਾਂ ਚੇਂਜ ਹੋਈ ਹੈ ਇਮੀਗ੍ਰੇਸ਼ਨ ਤੇ ਮਲਟੀਕਲਚਰਲਿਜ਼ਮ ਦੇ ਲਈ। ਤੇ ਮੈਂ ਬਲੀਵ ਕਰਦਾ, ਮੈਂ ਨਹੀਂ ਕਹਿੰਦਾ ਕਿ ਮੈਂ 100% ਉਹਦਾ ਕ੍ਰੈਡਿਟ ਲੈਣਾ, ਤੇ ਪਰ ਸਿਗਨੀਫੀਕੈਂਟ ਕ੍ਰੈਡਿਟ ਹੈ ਜਿਹੜਾ ਉਹ ਮੈਂ ਆਪਣੇ ਆਪ ਨੂੰ ਬ੍ਰੈਗ ਨਹੀਂ ਕਰਦਾ, ਪਰ ਫੈਕਟ ਤੁਸੀਂ ਆਪ ਚੈੱਕ ਕਰੋ ਤੇ ਉਸ ਤੋਂ ਬਾਅਦ ਇਹ ਗੱਲ ਮੰਨੋਗੇ ਕਿ ਮੈਂ ਉਹਦੇ 'ਚ ਕਾਫੀ ਸਿਗਨੀਫੀਕੈਂਟ ਰੋਲ ਪਲੇ ਕੀਤਾ। ਆਹ ਨਿਊਜ਼ਪੇਪਰਾਂ ਦੀ ਕਲਿੱਪਿੰਗਸ ਨੇ, ਤੁਸੀਂ ਇਹਨਾਂ ਨੂੰ ਦੇਖੋਗੇ ਕਿ ਇਮੀਗ੍ਰੇਸ਼ਨ ਦੇ ਉੱਤੇ ਤੇ ਪਾਰਟੀ ਨੂੰ ਪ੍ਰਮੋਟ ਕਰਨ ਦੇ ਲਈ ਤੇ ਇਹਨਾਂ ਦੀਆਂ ਪਾਲਿਸੀ ਚੇਂਜ ਕਰਨ ਦੇ ਲਈ ਮੈਂ ਕਿੰਨਾ ਯੋਗਦਾਨ ਪਾਇਆ। ਫਿਰ ਹੁਣ ਜਦੋਂ ਇਮੀਗ੍ਰੇਸ਼ਨ ਬਦਲਣੀ ਸ਼ੁਰੂ ਹੋਈ ਤਾਂ ਉਸ ਟਾਈਮ ਤੇ ਲਿਬਰਲ ਸਰਕਾਰ ਸੀ। ਪਹਿਲਾਂ ਉਹਨਾਂ ਨੇ ਇਮੀਗ੍ਰੇਸ਼ਨ ਘਟਾਈ ਤਾਂ ਕਿ ਉਹ ਰਿਫਾਰਮ ਪਾਰਟੀ ਨੂੰ ਵੀਕ ਕਰ ਸਕਣ ਤੇ ਲੋਕਾਂ ਦੇ ਵਿੱਚੋਂ ਵੋਟਾਂ ਜਿੱਤ ਸਕਣ, ਤਾਂ ਉਹਨਾਂ ਨੇ ਇਹਨਾਂ ਦੀ ਪਾਲਿਸੀ ਚੋਰੀ ਕਰਕੇ ਇਮੀਗ੍ਰੇਸ਼ਨ ਘਟਾਈ। ਫਿਰ ਜਦੋਂ ਅਸੀਂ ਇਮੀਗ੍ਰੇਸ਼ਨ ਦੇ ਲਈ ਫੇਵਰ ਕਰਨ ਲੱਗੇ ਤਾਂ ਫਿਰ ਉਹਨਾਂ ਨੇ ਇਮੀਗ੍ਰੇਸ਼ਨ ਵਧਾਉਣੀ ਸ਼ੁਰੂ ਕੀਤੀ। ਹੁਣ ਇਸ ਵੇਲੇ ਜਿਹੜਾ ਕੈਨੇਡਾ ਦੀ ਸਿਚੁਏਸ਼ਨ ਹੈ ਉਹਦੇ ਵਿੱਚ ਇਮੀਗ੍ਰੇਸ਼ਨ ਹੈ ਜਿਹੜੀ ਬਹੁਤ ਜ਼ਿਆਦਾ ਆ ਰਹੀ ਹੈ, ਤੇ ਟਾਰਗੇਟਸ ਨੇ ਜਿਹੜੇ ਉਹ 1% ਪਾਪੂਲੇਸ਼ਨ ਤੋਂ ਤਕਰੀਬਨ 1.5% ਪਾਪੂਲੇਸ਼ਨ ਦੇ ਕਰੀਬ ਜਿਹੜੀ ਇਮੀਗ੍ਰੇਸ਼ਨ ਹੈ ਉਹ ਆ ਰਹੀ ਹੈ। ਤੇ ਕਈ ਲੋਕ ਕਹਿੰਦੇ ਨੇ ਕਿ ਰਿਫਾਰਮ ਪਾਰਟੀ ਜਾਂ ਕੰਸਰਵੇਟਿਵ ਪਾਰਟੀ ਜਿਹੜੀ ਰਿਫਾਰਮ ਪਾਰਟੀ ਤੋਂ ਮਰਜ ਹੋਈ ਹੈ ਬਾਅਦ ਵਿੱਚ, ਉਹਦੇ ਵਿੱਚ ਵੀ ਬੜਾ ਯੋਗਦਾਨ ਪਾਇਆ ਕਿ ਦੋ ਪਾਰਟੀਆਂ ਨੂੰ ਮਰਜ ਕਰਾਇਆ, ਪ੍ਰੋਗਰੈਸਿਵ ਕੰਸਰਵੇਟਿਵ ਨੂੰ ਤੇ ਰਿਫਾਰਮ ਪਾਰਟੀ ਤੋਂ ਅੱਗੇ ਪਾਰਟੀ ਬਣੀ ਸੀ ਕੈਨੇਡੀਅਨ ਅਲਾਈਅੰਸ, ਉਹਨਾਂ ਨੂੰ। ਅਸੀਂ 4 MP ਸੀ ਜਿਨ੍ਹਾਂ ਨੇ ਦੋ ਪਾਰਟੀਆਂ ਨੂੰ ਮਰਜ ਕਰਾਉਣ ਦੇ ਵਿੱਚ ਸ਼ੁਰੂਆਤ ਕੀਤੀ ਹੈ, ਤੇ ਉਹਨਾਂ 4 ਦੇ ਵਿੱਚੋਂ ਮੈਂ ਇੱਕ ਸੀਗਾ। ਵੈਰੀ ਨਾਈਸ, ਮੇਰੇ ਕੋਲ ਉਹਦੀਆਂ ਫੋਟੋਆਂ ਪਈਆਂ ਨੇ। ਤੇ ਕਈ ਲੋਕ ਕਹਿੰਦੇ ਨੇ ਕਿ ਕੰਸਰਵੇਟਿਵ ਪਾਰਟੀ ਦੇ ਜਦੋਂ ਗਵਰਨਮੈਂਟ ਬਣੀ ਹੈ ਇਹ ਫਿਰ ਵੀ ਰੇਸਿਸਟ ਸੀ। ਮੈਂ ਇੱਥੇ ਕਹਿਣਾ ਚਾਹਾਂਗਾ ਹੋ ਸਕਦਾ ਰੇਸਿਸਟ ਐਲੀਮੈਂਟ ਪਾਰਟੀ 'ਚ ਜ਼ਰੂਰ ਹੋਣ, ਪਰ ਜਿਹੜੀ ਇਹਨਾਂ ਦੀ ਪਾਲਿਸੀ ਸੀ ਇਮੀਗ੍ਰੇਸ਼ਨ ਦੀਆਂ, ਡੇਟਾ ਇਹ ਇੰਡੀਕੇਟ ਕਰਦਾ ਕਿ ਉਹਨਾਂ ਨੇ ਲਿਬਰਲ ਨਾਲੋਂ ਵੀ ਕਈ ਹਿੱਸਿਆਂ ਦੇ ਵਿੱਚ ਵੱਧ ਇਮੀਗ੍ਰੇਸ਼ਨ ਲਿਆਂਦੀ ਹੈ। ਜਿਸ ਤਰ੍ਹਾਂ 1993 ਤੋਂ 98 ਤੱਕ ਜਿਹੜਾ ਟੋਟਲ ਇਮੀਗ੍ਰੈਂਟਸ ਦਾ ਫਲੋ ਸੀਗਾ ਉਹ 32% ਘਟਿਆ। ਜਦੋਂ ਕੰਸਰਵੇਟਿਵ ਪਾਰਟੀ ਸੀਗੀ 2006 ਤੋਂ 10 ਤੱਕ ਉਹਨਾਂ ਦਾ ਜੇ ਡੇਟਾ ਦੇਖੀਏ ਤਾਂ ਉਹ 7% ਇਮੀਗ੍ਰੇਸ਼ਨ ਵਧੀ। ਲਿਬਰਲ ਦਾ ਜਿਹੜਾ ਮੈਂ ਦੱਸਿਆ ਨਾ ਕਿ ਜਦੋਂ ਕੰਸਰਵੇਟਿਵ ਰਿਫਾਰਮ ਪਾਰਟੀ ਆਪੋਜੀਸ਼ਨ ਦੇ ਵਿੱਚ ਸੀ, ਆਫੀਸ਼ੀਅਲ ਆਪੋਜੀਸ਼ਨ, ਤਾਂ ਉਸ ਟਾਈਮ ਤੇ ਇਮੀਗ੍ਰੇਸ਼ਨ ਘਟੀ, 32% ਇਮੀਗ੍ਰੇਸ਼ਨ ਘਟੀ ਉਸ ਟਾਈਮ ਦੇ ਉੱਤੇ। ਫਿਰ ਫੈਮਿਲੀ ਇਮੀਗ੍ਰੇਸ਼ਨ, ਲਿਬਰਲ ਪਾਰਟੀ ਦੇ ਇਸ ਸਮੇਂ ਦੇ ਵਿੱਚ 1993 ਤੋਂ 98 ਤੱਕ ਜਿਹੜਾ ਫੈਮਿਲੀ ਇਮੀਗ੍ਰੇਸ਼ਨ ਉਹ 38% ਘਟੀ, 38%। ਤੇ ਕੰਸਰਵੇਟਿਵ ਪਾਰਟੀ ਦੇ 2006 ਤੋਂ 2010 ਤੱਕ 8% ਇਮੀਗ੍ਰੇਸ਼ਨ ਵਧੀ ਫੈਮਿਲੀ ਦੀ। ਸੋ ਇਸ ਤਰ੍ਹਾਂ ਬਾਕੀ ਵੀ ਡੇਟਾ ਜਿਹੜਾ ਸਾਰਾ ਉਹ ਬੜਾ ਅਜੀਬੋ-ਗਰੀਬ ਹੈ। ਜਿਸ ਤਰ੍ਹਾਂ ਜਿਹੜੇ ਵਿਜ਼ਟਰ ਵੀਜ਼ਾ ਇਸ਼ੂ ਕਰਦੇ ਸੀਗੇ ਚੰਡੀਗੜ੍ਹ ਆਫਿਸ ਦੇ ਵਿੱਚ, ਉਹਨਾਂ ਦੀ ਰੇਸ਼ੋ ਕੰਸਰਵੇਟਿਵ ਪਾਰਟੀ ਦੇ ਵਿੱਚ ਉਸ ਟਾਈਮ ਦੇ ਉੱਤੇ ਉਹਨਾਂ ਦਾ ਰੇਟ ਵਧਿਆ। ਤੇ ਇਦਾਂ ਦੀ ਜਿਹੜੀ ਸਿਚੁਏਸ਼ਨਾਂ ਨੇ, ਇਹਨਾਂ ਤੋਂ ਇਮੀਗ੍ਰੇਸ਼ਨ ਬਾਰੇ ਆਪਾਂ ਨੂੰ ਕਾਫੀ ਹਿਸਟੋਰੀਕਲੀ ਕੁਝ ਫੈਕਟਸ ਪਤਾ ਲੱਗਦੇ ਨੇ। ਬਿਲਕੁਲ। ਇੱਕ ਮੈਂ ਤੁਹਾਡੇ ਨਾਲ ਹੋਰ ਚੀਜ਼ ਸ਼ੁਰੂ ਕਰਾਂ, ਜਦੋਂ ਇਮੀਗ੍ਰੇਸ਼ਨ ਦਾ ਲੈਵਲ ਘਟਿਆ ਤਾਂ ਉਸ ਟਾਈਮ ਦੇ ਉੱਤੇ ਲਿਬਰਲ ਪਾਰਟੀ ਨੇ ਜਿਹੜੀ ਸੈਟਲਮੈਂਟ ਹੈ ਇਮੀਗ੍ਰੈਂਟਾਂ ਦੀ, ਉਹਦੀ ਜਿਹੜੀ ਫੰਡਿੰਗ ਆ ਉਹ 13 ਸਾਲ ਲਈ ਫਰੀਜ਼ ਕਰਤੀ। ਇਮੀਗ੍ਰੇਸ਼ਨ ਦੇ ਲਈ ਜਿਹੜੀ ਅਸੀਂ ਫੀਸ ਲੈਂਦੇ ਆ ਉਹ ਜਨਰਲ ਰੈਵਨਿਊ 'ਚ ਨਹੀਂ ਜਾਣੀ ਚਾਹੀਦੀ ਉਹਨੂੰ, ਕਿਉਂਕਿ ਕਿਸੇ ਵੀ ਪਾਸਪੋਰਟ ਦੀ ਫੀਸ ਹੈ, ਤੁਹਾਡੇ ਡਰਾਈਵਿੰਗ ਲਾਇਸੈਂਸ ਦੀ ਫੀਸ ਹੈ, ਇਹ ਜਨਰਲ ਰੈਵਨਿਊ 'ਚ ਨਹੀਂ ਜਾਣੀ ਚਾਹੀਦੀ, ਉਹਦੇ 'ਚ ਸਿਰਫ ਟੈਕਸ ਜਾਣੇ ਚਾਹੀਦੇ ਨੇ। ਜਿਹੜੀ ਇਹ ਫੀਸ ਹੁੰਦੀ ਉਹਦਾ ਮਤਲਬ ਹੁੰਦਾ ਕਾਸਟ ਆਫ ਸਰਵਿਸਿਜ਼।
ਜੋ ਜਿੰਨੀ ਟੋਟਲ ਕਾਸਟ ਹੋਈ ਹੈ ਸਰਵਿਸਿਜ਼ ਦੀ, ਜਿੰਨੀਆਂ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਨੇ ਦੇ ਸ਼ੁੱਡ ਮੈਚ। ਤੇ ਉਹਨਾਂ ਨੇ ਲਿਬਰਲ ਸਰਕਾਰ ਨੇ 1993-94 ਦੇ ਵਿੱਚ 13 ਸਾਲ ਦੇ ਲਈ ਸੈਟਲਮੈਂਟ ਫ੍ਰੀਜ਼ ਕਰਤੀ ਕਿ ਇਮੀਗ੍ਰੈਂਟਾਂ ਦੇ ਲਈ ਸੈਟਲਮੈਂਟ ਦੇ ਕੋਈ ਪੈਸਾ ਨਹੀਂ ਦੇਣਾ ਜੀ। ਤੇ ਉਹਦੇ ਨਾਲ ਕੀ ਹੋਇਆ ਕਿ ਜਿਹੜਾ ਬੈਕਲੌਗ ਸੀਗਾ ਉਹ ਵੱਧ ਗਿਆ ਤੇ 1 ਮਿਲੀਅਨ ਦੇ ਕਰੀਬ ਬੈਕਲੌਗ ਦੇ ਵਿੱਚ ਐਪਲੀਕੇਸ਼ਨਾਂ ਲੋਕਾਂ ਦੀ ਫਸ ਗਈਆਂ। ਲੋਕਾਂ ਨੂੰ 5-5 6-6 ਸਾਲ ਲੱਗਣ ਲੱਗੇ ਇਮੀਗ੍ਰੇਸ਼ਨ ਲੈਣ ਦੇ ਲਈ ਜੀ। ਤੇ ਬਾਅਦ ਵਿੱਚ ਉਹ ਵੀ ਚੇਂਜ ਕਰਾਈਆਂ ਜਦੋਂ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਸੀਗੀ ਤੇ ਬੈਕਲੌਗ ਵੀ ਘਟਿਆ ਤੇ ਜਿਹੜੀ ਸੈਟਲਮੈਂਟ ਫੰਡਿੰਗ ਸੀ ਉਹ ਵੀ ਰਿਸਟੋਰ ਕੀਤੀ। ਇਸ ਤੋਂ ਇਲਾਵਾ ਜਿਹੜੇ ਫੋਰਨ ਕ੍ਰੈਡੈਂਸ਼ੀਅਲਸ ਨੇ, ਲੋਕ ਜਿਹੜੇ ਐਜੂਕੇਸ਼ਨ ਦੇ ਬੇਸ ਤੇ ਕੈਨੇਡਾ ਚ ਆਉਂਦੇ ਸੀ ਪੁਆਇੰਟ ਸਿਸਟਮ ਦੇ ਉੱਪਰ, ਤਾਂ ਉਹ ਇਸ ਕਰਕੇ ਆਉਂਦੇ ਸੀ ਕਿਉਂਕਿ ਉਹਨਾਂ ਦੀ ਡਿਗਰੀ ਰੈਕੋਗਨਾਈਜ਼ ਹੁੰਦੀ ਸੀ, ਉਹ ਡਿਗਰੀ ਦੇ ਨੰਬਰ ਮਿਲਦੇ ਸੀ। ਜੀ ਜੀ ਬਿਲਕੁਲ। ਜਦੋਂ ਕੈਨੇਡਾ ਪਹੁੰਚ ਜਾਂਦੇ ਸੀਗੇ ਤਾਂ ਉਹ ਡਿਗਰੀ ਰੈਕੋਗਨਾਈਜ਼ ਨਹੀਂ ਸੀ ਹੁੰਦੀ। ਇੱਕ ਵਾਰੀ ਮੇਰੇ ਆਫਿਸ 'ਚ ਇੱਕ ਵਿਅਕਤੀ ਆਏ, ਉਹਨਾਂ ਦੇ ਕੋਲ 2 PhDs ਸੀ ਜੀ, ਇੱਕ ਇੰਡੀਆ ਤੋਂ PHU ਤੋਂ ਤੇ ਇੱਕ ਜਰਮਨੀ ਤੋਂ এনवायरमेंट ਸਾਇੰਸ ਦੇ ਵਿੱਚ। ਉਹ ਗੈਸ ਸਟੇਸ਼ਨ ਤੇ ਕੰਮ ਕਰਦੇ ਸੀ ਜੀ, ਗੈਸ ਪਾਉਂਦੇ ਸੀ। ਮੀਨੀਅਲ ਜੌਬਾਂ, ਅੰਡਰ ਇੰਪਲੋਇਡ ਹੋਣਾ ਇਮੀਗ੍ਰੈਂਟ ਦੇ ਲਈ ਇੱਕ ਕਾਮਨ ਚੀਜ਼ ਸੀ। ਅਕਸਰ ਤੁਸੀਂ ਇਹ ਕਹਿੰਦੇ ਲੋਕਾਂ ਨੂੰ ਸੁਣਿਆ ਹੋਣਾ ਕਿ ਜੇ ਤੁਸੀਂ ਕਦੇ ਰੱਬ ਨਾ ਕਰੇ ਹਾਰਟ ਅਟੈਕ ਤੁਹਾਨੂੰ ਆਉਂਦਾ ਜਾਂ ਕਰਾਉਣਾ ਤਾਂ ਟੈਕਸੀ 'ਚ ਕਰਾ ਲਓ ਕਿਉਂਕਿ ਟੈਕਸੀ ਦਾ ਡਰਾਈਵਰ ਡਾਕਟਰ ਹੋ ਸਕਦਾ ਜੀ, ਇਦਾਂ ਲੋਕ ਕਹਿੰਦੇ ਸੀ ਜੀ। ਤੇ ਹੁਣ ਜਦੋਂ ਫੋਰਨ ਕ੍ਰੈਡੈਂਸ਼ੀਅਲ ਰੈਕੋਗਨਾਈਜ਼ ਹੋਣ ਲੱਗੇ ਨੇ ਤਾਂ ਲੋਕਾਂ ਨੂੰ ਵਧੀਆ ਜੌਬਾਂ ਮਿਲਣ ਲੱਗੀਆਂ ਨੇ। ਤਾਂ ਜਿਹੜਾ ਯੂਥ ਆ ਪੜ੍ਹਿਆ ਲਿਖਿਆ ਹੁੰਦਾ, ਦੇ ਆਰ ਵੈਲ ਪਲੇਸਡ। ਇਹਨਾਂ ਚੀਜ਼ਾਂ ਦਾ ਸਾਨੂੰ ਮਾਣ ਵੀ ਹੁੰਦਾ ਤੇ ਖੁਸ਼ੀ ਵੀ ਮਹਿਸੂਸ ਹੁੰਦੀ ਹੈ। ਮਿਸਟਰ ਗਰੇਵਾਲ, ਬਹੁਤ ਗੱਲਾਂ ਤੁਸੀਂ ਜਿਹੜੀਆਂ ਨੇ ਉਹ ਇੰਨੇ ਕੁ ਟਾਈਮ ਦੇ ਵਿੱਚ ਸਾਨੂੰ ਐਕਸਪਲੇਨ ਕੀਤੀਆਂ ਨੇ ਤੇ ਨਜ਼ਰੀਆ ਜਿਹੜਾ ਸੱਚੀ ਬਦਲਿਆ ਹੈ ਕਿਉਂਕਿ ਕੰਜ਼ਰਵੇਟਿਵ ਪਾਰਟੀ ਨੂੰ ਹਮੇਸ਼ਾ ਅਸੀਂ ਇਹੀ ਦੇਖਿਆ ਕਿ ਇਮੀਗ੍ਰੇਸ਼ਨ ਦੇ ਪ੍ਰਤੀ ਜਿਹੜੀ ਹੈ ਰੇਸਿਸਟ ਪਾਰਟੀ ਹੈ ਕਿਉਂਕਿ ਜਦੋਂ ਕੰਜ਼ਰਵੇਟਿਵ ਆਉਂਦੀ ਹੈ ਕਹਿੰਦੇ ਆ ਜੀ ਹੁਣ ਨਹੀਂ ਇਮੀਗ੍ਰੇਸ਼ਨ ਹੋਣੀ, ਹੁਣ ਤਾਂ ਇਮੀਗ੍ਰੇਸ਼ਨ ਤੇ ਰੋਕ ਲੱਗ ਜਾਣੀ ਹੈ, ਵਰਕਰਸ ਨਹੀਂ ਆਉਣਗੇ, ਜਿਹੜੇ ਵਰਕਰਸ ਫੋਰਨ ਵਰਕਰਸ ਹੈਗੇ ਆ ਉਹਨਾਂ ਤੇ ਰੋਕ ਲੱਗ ਜਾਣੀ ਹੈ, ਸਟੂਡੈਂਟਸ ਜਿਹੜੇ ਉਹ ਘੱਟ ਆਉਣਗੇ। ਹੁਣ ਲਿਬਰਲ ਸਰਕਾਰ ਦੇ ਲਈ ਹਰੇਕ ਦਾ ਅਲੱਗ ਨਜ਼ਰੀਆ ਆ। ਹੁਣ ਅੱਜ ਦੀ ਜੇ ਲਿਬਰਲ ਪਾਰਟੀ ਦੀ ਗੱਲ ਕਰੀਏ ਤਾਂ ਅੱਜ ਦੀ ਜਿਹੜੀ ਲਿਬਰਲ ਪਾਰਟੀ ਹੈ ਉਹਨਾਂ ਨੇ ਹਾਲ ਹੀ ਦੇ ਵਿੱਚ ਅਨਾਉਂਸਮੈਂਟ ਕੀਤੀ ਹੈ, ਜਿਹੜੇ ਨਵੇਂ ਸਾਡੇ ਮਿਨਿਸਟਰ ਹੈਗੇ ਨੇ ਇਮੀਗ੍ਰੇਸ਼ਨ ਮਿਨਿਸਟਰ, ਉਹਨਾਂ ਨੇ ਇਹ ਅਨਾਉਂਸਮੈਂਟ ਕੀਤੀ ਕਿ ਜਿਹੜੇ 1 ਸਾਲ ਦੇ ਵਿੱਚ 4 ਲੱਖ ਇਮੀਗ੍ਰੈਂਟਸ ਨੂੰ ਬੁਲਾਉਣਾ। ਪਹਿਲੇ ਸਾਲ 4 ਲੱਖ, ਫਿਰ ਅਗਲੇ ਸਾਲ 4,10,000, ਫਿਰ 4,20,000, ਇਸ ਤਰ੍ਹਾਂ ਦੇ ਨਾਲ ਜਿਹੜੇ ਇਮੀਗ੍ਰੈਂਟ ਬੁਲਾਏ ਜਾਣਗੇ। ਫੈਮਿਲੀ ਦੀ ਤੁਸੀਂ ਗੱਲ ਕੀਤੀ ਕਿ ਫੈਮਿਲੀ ਵੀ ਅਸੀਂ ਜਦੋਂ ਤੋਂ ਤੁਸੀਂ MP ਤੁਸੀਂ ਇਨੀਸ਼ੀਏਟਿਵ ਲਿਆ, ਅਮੈਂਡਮੈਂਟਸ ਕਰਾਈਆਂ, ਨਵੇਂ ਬਿੱਲ ਪੇਸ਼ ਕੀਤੇ ਤਾਂ ਫੈਮਿਲੀ ਨੂੰ ਰੀਯੂਨੀਅਨ ਕਰਵਾਉਣਾ ਸ਼ੁਰੂ ਹੋਇਆ। ਤਾਂ ਉਹ ਜਦੋਂ ਅਸੀਂ ਪਿਛਲੇ ਸਮੇਂ ਦੀ ਗੱਲ ਕਰਦੇ ਹਾਂ, ਜਦੋਂ ਅਸੀਂ 19 ਦੀ ਗੱਲ ਕਰਦੇ ਹਾਂ ਤੇ ਹੁਣ ਦੀ ਸਰਕਾਰ ਦੀ ਗੱਲ ਕਰਦੇ ਹਾਂ, ਤੁਹਾਨੂੰ ਕੀ ਲੱਗਦਾ ਹੈ ਕੀ ਮਾਇਨੇ ਨੇ ਅੱਜ ਦੀ ਜਿਹੜੀ ਇਹ ਅਨਾਉਂਸਮੈਂਟ ਹੈ ਕਿ ਇੰਨੇ ਲੋਕ ਜਿਹੜੇ ਆ ਇਮੀਗ੍ਰੈਂਟ ਐਜ਼ ਅ ਇਮੀਗ੍ਰੈਂਟ ਇਸ ਧਰਤੀ ਤੇ ਆਉਣਗੇ? ਕਿਸ ਤਰ੍ਹਾਂ ਨਾਲ ਫਾਇਦਾ ਹੁੰਦਾ ਹੈ ਜਦੋਂ ਇਮੀਗ੍ਰੈਂਟਸ ਇੱਥੇ ਕੈਨੇਡਾ ਦੇ ਵਿੱਚ ਆਉਂਦੇ ਆ? ਦੇਖੋ, ਇਹ ਬੜਾ ਤੁਹਾਡਾ ਇੰਟਰਸਟਿੰਗ ਕੁਐਸਚਨ ਹੈ। ਇੱਕ ਤਾਂ ਕੈਨੇਡਾ ਇਮੀਗ੍ਰੈਂਟਾਂ ਦਾ ਕੰਟਰੀ ਹੈ, ਇਹਨੂੰ ਬਿਲਡ ਕਰਨ ਦੇ ਲਈ ਇਮੀਗ੍ਰੈਂਟਸ ਦਾ ਯੋਗਦਾਨ ਹੈ। ਫਿਰ ਇਮੀਗ੍ਰੈਂਟਸ ਨੇ ਸੋਸ਼ਲੀ, ਇਕਨੋਮਿਕਲੀ, ਪੋਲੀਟੀਕਲੀ ਬੜਾ ਇਨਫਲੂਐਂਸ ਇੱਥੇ ਬਣਾਇਆ ਤੇ ਬੜੀ ਸਿਗਨੀਫੀਕੈਂਟ ਕੰਟਰੀਬਿਊਸ਼ਨ ਕੀਤੀ ਹੈ ਇਮੀਗ੍ਰੈਂਟਸ ਨੇ ਕੈਨੇਡਾ ਨੂੰ, ਜੋ ਅੱਜ ਕੈਨੇਡਾ ਦਿਖ ਰਿਹਾ ਉਹ ਕੈਨੇਡਾ ਬਣਾਉਣ ਦੇ ਲਈ। ਸਾਨੂੰ ਇਸ ਚੀਜ਼ ਦਾ ਮਾਣ ਹੈ ਕਿ ਇਮੀਗ੍ਰੈਂਟਸ ਦੀ ਸਿਗਨੀਫੀਕੈਂਟ ਕੰਟਰੀਬਿਊਸ਼ਨ ਹੈ ਤੇ ਉਹਦੇ ਵਿੱਚੋਂ ਪੰਜਾਬੀਆਂ ਦੀ ਤੇ ਇੰਡੀਅਨਸ ਦੀ ਤੇ ਜਿਹੜੇ ਮਾਈਨੋਰਿਟੀਜ਼ ਨੇ ਉਹਨਾਂ ਦੀ ਵੀ ਸਿਗਨੀਫੀਕੈਂਟ ਕੰਟਰੀਬਿਊਸ਼ਨ ਹੈ। ਕੈਨੇਡਾ ਦੀ ਜਿਹੜੀ ਪਾਪੂਲੇਸ਼ਨ ਹੈ ਉਹਦੇ ਵਿੱਚ ਜਿਹੜੀ ਰੇਸ਼ੋ ਹੈ ਬਰਥਸ ਦੀ, ਨਿਊ ਬਰਥਸ ਤੇ ਡੈਥਸ, ਉਹਦੇ ਵਿੱਚ ਗੈਪ ਜਿਹੜਾ ਬਹੁਤ ਘੱਟ ਹੈ। ਇਹਦਾ ਮਤਲਬ ਇਹ ਹੈ ਕਿ ਜਿਹੜੀ ਨੈਚੁਰਲ ਗਰੋਥ ਹੈ ਕੈਨੇਡਾ ਦੀ ਉਹ ਸਿਗਨੀਫੀਕੈਂਟ ਨਹੀਂ ਹੈ ਕਿਸੇ ਵੀ ਕੰਟਰੀ ਨੂੰ ਸਰਵਾਈਵ ਕਰਨ ਦੇ ਲਈ। ਤੇ ਖਾਸ ਤੌਰ ਤੇ ਜਿਹੜਾ ਪਾਪੂਲੇਸ਼ਨ ਦੇ ਵਿੱਚ ਇੱਕ ਬਲਜ ਕਹਿੰਦੇ ਨੇ, ਉਹਦਾ ਮਤਲਬ ਇਹ ਹੈ ਕਿ ਜਿਹੜੀ ਵਰਕਿੰਗ ਪਾਪੂਲੇਸ਼ਨ ਹੈ, ਜੋ ਅਸੀਂ ਉਹਦੀ ਕਰਵ ਦੇਖਦੇ ਹਾਂ ਤਾਂ ਉਹ ਇਦਾਂ ਜਾ ਕੇ ਉੱਪਰ ਨੂੰ ਜਾਂਦੀ ਹੈ। ਜਿਹੜਾ ਇੱਕ ਬੇਬੀ ਬੂਮਰ ਦਾ ਟਾਈਮ ਸੀਗਾ, ਉਹਦੀ ਜਿਹੜੀ ਨੰਬਰ ਆਫ ਪੀਪਲ ਹੈ ਉਹ ਸਿਗਨੀਫੀਕੈਂਟਲੀ ਹਾਈ ਨੇ, ਉਹ ਹੌਲੀ ਹੌਲੀ ਉੱਪਰ ਜਾ ਰਿਹਾ ਜਿਉਂ-ਜਿਉਂ ਉਹਨਾਂ ਦੀ ਏਜ ਵੱਧ ਰਹੀ ਹੈ। ਇਨ ਅਦਰ ਵਰਡਸ देयर विल बी ए टाइम ਜਦੋਂ ਰਿਟਾਇਰੀਜ਼ ਨੇ, ਜਿਹੜੇ ਰਿਟਾਇਰਮੈਂਟ ਹੋਣ ਵਾਲੇ ਨੇ, ਉਹਨਾਂ ਦੀ ਗਿਣਤੀ ਵੱਧ ਜਾਏਗੀ। ਇਹਦਾ ਮਤਲਬ ਇਹ ਹੈ ਕਿ ਜਿਨ੍ਹਾਂ ਲੋਕਾਂ ਨੇ ਕੰਮ ਕਰਨਾ ਜੀ ਉਹ ਥੋੜੇ ਰਹਿਣਗੇ, ਜਿਨ੍ਹਾਂ ਨੇ ਰਿਟਾਇਰ ਹੋ ਕੇ ਨਾਲੇ ਤਾਂ ਹੈਲਥ ਕੇਅਰ ਨੂੰ, ਨਾਲੇ ਪੈਨਸ਼ਨ ਦੇ ਤੇ ਨਾਲੇ ਹੋਰ ਬੈਨੀਫਿਟਸ ਲੈਣੇ ਨੇ, ਉਹਨਾਂ ਦੀ ਗਿਣਤੀ ਵੱਧ ਜਾਊਗੀ। ਉਸ ਚੀਜ਼ ਨੂੰ ਕਵਰ ਅਪ ਕਰਨ ਦੇ ਲਈ ਇੱਕ ਚੰਗੀ ਪਾਲਿਸੀ ਇਹ ਹੋਣੀ ਚਾਹੀਦੀ ਹੈ ਕਿ ਜਿਹੜੇ ਵਰਕਿੰਗ ਕਲਾਸ ਆ ਉਹ ਇੰਨੇ ਸਿਗਨੀਫੀਕੈਂਟਲੀ ਜ਼ਿਆਦਾ ਹੋਣ, ਇੰਨੇ ਜ਼ਿਆਦਾ ਵਰਕ ਕ੍ਰੀਏਟ ਕੀਤਾ ਜਾਵੇ। ਸਾਡੇ ਜਿਹੜੇ ਨੈਚੁਰਲ ਰਿਸੋਰਸਿਸ ਨੇ ਉਹਨਾਂ ਨੂੰ ਐਕਸਪੋਰਟ ਕਰਨ ਤੋਂ ਪਹਿਲਾਂ ਉਹਨਾਂ 'ਚ ਵੈਲਿਊ ਐਡ ਕੀਤੀ ਜਾਵੇ ਤਾਂ ਕਿ ਅਸੀਂ ਮੈਨੂਫੈਕਚਰਿੰਗ ਨੂੰ ਪ੍ਰਮੋਟ ਕਰੀਏ। ਕੈਨੇਡਾ ਦੇ ਵਿੱਚ ਮੈਨੂਫੈਕਚਰਿੰਗ ਬੜੀ ਵੀਕ ਹੈ ਜੀ। ਮੈਂ ਦੁਨੀਆ ਦੇ 65 ਦੇਸ਼ਾਂ ਦੇ ਵਿੱਚ ਗਿਆ ਤੇ ਜਿਹੜੇ ਚਾਈਨਾ, ਤਾਈਵਾਨ ਜਾਂ ਹੋਰ ਇਦਾਂ ਦੇ ਕੰਟਰੀ ਦੇਖੇ ਨੇ, ਉਹਨਾਂ ਦੇ ਵਿੱਚ ਮੈਨੂਫੈਕਚਰਿੰਗ ਬਹੁਤ ਜ਼ਿਆਦਾ। ਕੈਨੇਡਾ ਦੇ ਵਿੱਚ ਮੈਨੂਫੈਕਚਰਿੰਗ ਬੜੀ ਘੱਟ ਹੈ। ਸ਼ੋ ਮੀ ਏ ਬਿਗ ਇੰਡਸਟਰੀਅਲ ਪਾਰਕ ਇਨ ਕੈਨੇਡਾ ਜਿੱਥੇ ਮੈਨੂਫੈਕਚਰਿੰਗ ਜ਼ਿਆਦਾ ਹੁੰਦੀ ਹੈ, ਬਹੁਤ ਘੱਟ ਨੇ ਜੀ। ਅਸੀਂ ਜਿਹੜੀ ਸਾਡੀ ਸੌਫਟਵੁੱਡ ਲੰਬਰ ਆ ਉਹਨੂੰ ਉਸੇ ਤਰ੍ਹਾਂ ਹੀ ਭੇਜੀ ਜਾਂਦੇ ਹਾਂ ਲੌਗਸ,
ਜੇ ਤੁਸੀਂ ਵੈਨਕੂਵਰ ਪੋਰਟ ਤੇ ਦੇਖਦੇ ਆ ਤਾਂ ਉਹ ਢੇਰੀਆਂ ਲੱਗੀਆਂ ਨੇ ਸਲਫਰ ਦੀਆਂ ਤੇ ਫਾਸਫੋਰਸ ਦੀਆਂ, ਉਹਨਾਂ ਨੂੰ ਉਦਾਂ ਹੀ ਭੇਜੀ ਜਾਂਦੇ ਆ ਬਾਹਰ। ਉਹਨਾਂ ਦੀ ਅਸੀਂ ਕੈਮੀਕਲ ਨਹੀਂ ਬਣਾ ਕੇ ਭੇਜਦੇ, ਉਹਨਾਂ ਦੀ ਮੈਨੂਫੈਕਚਰਿੰਗ ਨਹੀਂ ਕਰਦੇ, ਫਰਨੀਚਰ ਦੇ ਵੁੱਡ ਦੇ ਅਸੀਂ ਚੀਜ਼ਾਂ ਬਣਾ ਕੇ ਫਰਨੀਚਰ ਜਾਂ ਹੋਰ ਚੀਜ਼ਾਂ ਨਹੀਂ ਬਣਾਉਂਦੇ। ਹੁਣ ਬਣਾਉਣ ਲੱਗੇ ਆ ਪਰ ਘੱਟ ਬਣਾਉਂਦੇ ਆ। ਸੋ ਇਨ ਅਦਰ ਵਰਡ, ਸਾਡੇ ਜਿੰਨਾ ਚਿਰ ਅਸੀਂ ਵੈਲਿਊ ਐਡ ਨਹੀਂ ਕਰਾਂਗੇ, ਜੌਬਸ ਨਹੀਂ ਕ੍ਰੀਏਟ ਕਰਾਂਗੇ, ਤਾਂ ਜਿਹੜਾ ਪੋਪੂਲੇਸ਼ਨ ਦਾ ਬਲਜ ਹੈ ਦੈਟ ਇਜ਼ ਗੋਇੰਗ ਟੂ ਬੀ ਅ ਬਰਡਨ ਔਨ ਦੀ ਇਕਨੋਮੀ। ਹੁਣ ਜੇ ਉਸ ਨੂੰ ਹੈਂਡਲ ਕਰਨਾ ਤਾਂ ਇਹਦਾ ਮਤਲਬ ਕੈਨੇਡਾ ਦੇ ਵਿੱਚ ਇਮੀਗ੍ਰੈਂਟਸ ਜ਼ਿਆਦਾ ਹੋਣੇ ਚਾਹੀਦੇ। ਨਾ ਤਾਂ ਸਾਡਾ ਨੈਚੁਰਲ ਬਰਥ ਹੋ ਰਿਹਾ ਤੇ ਨਾ ਹੀ ਲੋਕਾਂ ਨੂੰ ਜਿਹੜੀ ਇੰਪਲੋਇਮੈਂਟ ਹੈ ਅਸੀਂ ਜਨਰੇਟ ਕਰ ਰਹੇ ਹਾਂ। ਤਾਂ ਉਹਦੇ ਲਈ ਕੈਨੇਡਾ ਦੇ ਵਿੱਚ ਇਮੀਗ੍ਰੈਂਟਸ ਦੀ ਲੋੜ ਹੈ ਜਿਹੜੀ ਆਉਣ ਵਾਲੇ ਲੰਬੇ ਸਮੇਂ ਦੇ ਵਿੱਚ ਜ਼ਿਆਦਾ ਚਾਹੀਦੀ ਹੈ। 2034 ਦੇ ਵਿੱਚ ਕੈਨੇਡਾ ਦੀ ਜਿਹੜੀ ਪੋਪੂਲੇਸ਼ਨ ਆ ਉਹ ਨੈਗੇਟਿਵ ਗਰੋ ਕਰੇਗੀ, ਕਿਉਂਕਿ ਜਿਹੜੀ ਬਰਥ ਰੇਟ ਹੈ ਇੱਕ ਉਹ ਘਟ ਗਿਆ, ਇੱਕ ਜਿਹੜਾ ਬਰਥ ਹੈ ਏਜ ਤੇ ਜਿਹੜਾ ਲੇਡੀਜ਼ ਦਾ ਸੀਗਾ, ਔਮਨ ਐਟ ਵਨ ਟਾਈਮ 24 ਸਾਲ ਦੀ ਉਮਰ ਦੇ ਵਿੱਚ ਜਿਹੜਾ ਉਹਨਾਂ ਦਾ ਬਰਥ ਰੇਟ ਸੀਗਾ ਤੇ ਹੁਣ ਉਹ ਹੀ ਜਿਹੜਾ ਉਹਦੇ ਇਕੁਅਲ ਪੋਸੀਬਲੀ ਅਰਾਊਂਡ 34 ਇਅਰਸ ਦੇ ਵਿੱਚ ਹੈ। ਸੋ ਇਦਾਂ ਦੇ ਫੈਕਟਰਸ ਨੇ ਜਿਹੜੇ ਉਹਨਾਂ ਨੇ ਵੀ ਕਾਫੀ ਕੰਟਰੀਬਿਊਟ ਕੀਤਾ ਪੋਪੂਲੇਸ਼ਨ ਘਟਾਉਣ ਦੇ ਲਈ। ਤੇ ਫਿਰ ਅੱਗੇ ਔਮਨ ਕੰਮ ਨਹੀਂ ਸੀ ਕਰਦੇ, ਹੁਣ ਉਹਨਾਂ ਨੂੰ ਕੰਮ ਕਰਨਾ ਪੈਂਦਾ ਤੇ ਲੋਕ ਕੈਰੀਅਰ ਓਰੀਐਂਟਡ ਹੋਏ ਨੇ। ਮੈਂ ਇਹ ਨਹੀਂ ਕਹਿੰਦਾ ਕਿ ਉਹ ਗਲਤ ਹੈ, ਮੈਂ ਕਹਿ ਰਿਹਾ ਕਿ ਉਹਨਾਂ ਨੂੰ ਕੰਪਨਸੇਟ ਕਰਨ ਦੇ ਲਈ ਗਵਰਨਮੈਂਟ ਨੂੰ ਜਿਹੜੀ ਡੈਮੋਗ੍ਰਾਫਿਕਸ ਨੂੰ ਮੇਨਟੇਨ ਕਰਨ ਦੇ ਲਈ ਆਦੀ ਪਾਲਿਸੀਜ਼ ਨੇ ਉਹਨਾਂ ਨੂੰ ਬਦਲਣ ਦੀ ਲੋੜ ਹੈ। ਸੋ ਕਮਿੰਗ ਬੈਕ ਟੂ ਦ ਇਮੀਗ੍ਰੇਸ਼ਨ ਦਾ ਜਿਹੜਾ ਫਲੋ ਆ ਵਧੇਗਾ। ਇਸ ਵੇਲੇ ਜਿਹੜਾ ਲਿਬਰਲ ਸਰਕਾਰ ਨੇ ਟਾਰਗੇਟਸ ਦਿੱਤੇ ਨੇ, ਜਿਸ ਤਰ੍ਹਾਂ ਤੁਸੀਂ ਦੱਸਿਆ 2021 ਦੇ ਵਿੱਚ 4,01,000 ਹੈ ਤੇ 2022 ਦੇ ਵਿੱਚ 4,11,000, 2023 ਦੇ ਵਿੱਚ 4,21,000। ਇਹਦੇ ਵਿੱਚ ਜਿਹੜਾ ਐਮਫੈਸਿਸ ਦਿੱਤਾ ਜਾ ਰਿਹਾ ਉਹ ਦਿੱਤਾ ਜਾ ਰਿਹਾ ਇਕਨੋਮਿਕ ਕੈਟਾਗਰੀਜ਼ ਨੂੰ, ਜਿਹਦੇ ਚ ਸਕਿਲਡ ਵਰਕਰਸ, ਸਕਿਲਡ ਟ੍ਰੇਡ, ਕੈਨੇਡੀਅਨ ਐਕਸਪੀਰੀਅੰਸ ਕਲਾਸ ਤੇ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ, ਉਹਨਾਂ ਦੇ ਵਿੱਚ ਐਮਫੈਸਿਸ ਦਿੱਤਾ ਜਾ ਰਿਹਾ। ਹੋ ਸਕਦਾ ਆਪਾਂ ਅੱਗੇ ਜਾ ਕੇ ਇਹਨਾਂ ਬਾਰੇ ਗੱਲ ਕਰਦੇ ਹਾਂ। ਜੀ ਬਿਲਕੁਲ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਉਦੋਂ ਨਾਲੋਂ ਹੁਣ ਜਿਹੜਾ ਹੈ ਉਹ ਪ੍ਰਿਵਿਲੇਜ ਦਿੱਤਾ ਜਾ ਰਿਹਾ ਹੈ ਕਿ ਵਰਕ ਕਲਾਸ ਦੇ ਵਿੱਚ ਲੋਕ ਆਉਣ, ਜਾਂ ਹੁਣ ਲੋਕ ਜਿਹੜੇ ਐਜ਼ ਅ ਸਟੂਡੈਂਟ ਲੋਕ ਆ ਰਹੇ ਹੈਗੇ ਨੇ, ਬੱਚੇ ਜਿਹੜੇ ਨੇ ਛੋਟੇ ਬੱਚੇ ਜਿਹੜੇ ਆ ਉਹ ਇੱਕ ਆਇਲਸ ਦਾ ਐਗਜ਼ਾਮ ਹੈਗਾ ਆ ਉਹ ਪਾਸ ਕਰਦੇ ਨੇ, ਫਿਰ ਇੱਥੇ ਆ ਜਾਂਦੇ ਨੇ। ਰਿਕੁਆਇਰਮੈਂਟਸ ਜਿਹੜੀਆਂ ਨੇ ਉਹ ਥੋੜੀਆਂ ਜਿਹੀਆਂ ਸੌਖੀਆਂ ਕਰ ਦਿੱਤੀਆਂ ਜਾਂਦੀਆਂ ਗਈਆਂ। ਕਿ ਪਹਿਲੇ ਸਮੇਂ ਦੇ ਵਿੱਚ ਵੀ ਰਿਕੁਆਇਰਮੈਂਟਸ ਇੰਨੀਆਂ ਹੀ ਜਿਹੜੀਆਂ ਈਜ਼ੀ ਹੁੰਦੀਆਂ ਸੀ, ਜਾਂ ਰਿਕੁਆਇਰਮੈਂਟਸ ਦੇ ਵਿੱਚ ਕਿੰਨਾ ਕੁ ਫਰਕ ਆਇਆ? ਦੇਖੋ, ਜਿਹੜੀ ਬਹੁਤ ਦੇਰ ਪਹਿਲਾਂ ਇਮੀਗ੍ਰੇਸ਼ਨ ਹੁੰਦੀ ਸੀਗੀ ਦੈਟ ਵਾਸ ਬੇਸਡ ਔਨ ਕੰਟਰੀ ਆਫ ਓਰੀਜਨ। ਜੀ, ਜੇ ਕਿਸੇ ਨੇ ਯੂਰਪ ਤੋਂ ਆਉਣਾ ਤਾਂ ਬੜਾ ਸੌਖਾ ਸੀ, ਬਾਹਰੋਂ ਆਉਣਾ ਸੀਗਾ ਕਿਸੇ ਏਸ਼ੀਅਨ ਕੰਟਰੀਜ਼ ਵਗੈਰਾ ਤੋਂ ਜਾਂ ਅਫਰੀਕਾ ਤੋਂ ਬੜਾ ਡਿਫਿਕਲਟ ਸੀ। ਉਸ ਤੋਂ ਬਾਅਦ ਫਿਰ ਹੌਲੀ ਰਿਕੁਆਇਰਮੈਂਟਸ ਚੇਂਜ ਹੋਈਆਂ, ਫੈਮਿਲੀ ਰੀਯੂਨੀਫਿਕੇਸ਼ਨ ਤੇ ਫੋਕਸ ਹੋਇਆ। ਫਿਰ ਉਸ ਤੋਂ ਬਾਅਦ ਜਿਹੜਾ ਹੁਣ ਕਰੰਟ ਟ੍ਰੈਂਡ ਚੱਲ ਰਿਹਾ ਹੈ, ਇਹ ਕਰੰਟ ਟ੍ਰੈਂਡ ਦੇ ਵਿੱਚ ਇਕਨੋਮਿਕ ਜਿਹੜਾ ਉਹ ਜ਼ਿਆਦਾ ਫੋਕਸ ਆ, ਮੇਨ ਪ੍ਰਾਇੋਰਟੀ ਹੈ। ਸੋ ਉਸ ਤੋਂ ਇਲਾਵਾ ਜਿਹੜੇ ਸਕਿੱਲਸ ਨੇ, ਟ੍ਰਾਂਸਫਰੇਬਿਲਿਟੀ ਆਫ ਦ ਸਕਿੱਲਸ, ਲੈਂਗੁਏਜ ਰਿਕੁਆਇਰਮੈਂਟਸ। ਹੁਣ ਜਿਹੜਾ ਅਗਲਾ ਟ੍ਰੈਂਡ ਆ ਰਿਹਾ ਉਹ ਹੈ ਫ੍ਰੈਂਚ ਓਰੀਐਂਟਡ ਟ੍ਰੈਂਡ। ਹੁਣ ਜਿਹੜੇ ਜਿਨ੍ਹਾਂ ਨੂੰ ਫ੍ਰੈਂਚ ਵੀ ਆਉਂਦੀ ਹੈ ਨਾਲ ਇੰਗਲਿਸ਼ ਦੇ, ਉਹਨਾਂ ਨੂੰ ਜ਼ਿਆਦਾ ਪੁਆਇੰਟ ਮਿਲਣਗੇ। ਹੁਣ ਰੀਸੈਂਟਲੀ ਪਾਲਿਸੀ ਆਈ ਹੈ ਕਿ ਉਹਦੇ 'ਚ 30 ਪੁਆਇੰਟ ਮਿਲਣਗੇ ਜੇ ਤੁਹਾਨੂੰ ਫ੍ਰੈਂਚ ਆਉਂਦੀ ਹੈ, ਤਾਂ ਤੁਹਾਡਾ ਜਿਹੜਾ ਕੰਪਰੀਹੈਂਸਿਵ ਰੈਂਕਿੰਗ ਸਕੋਰ ਆ CRS ਉਹ ਵੱਧ ਜਾਏਗਾ। ਤੇ ਫਿਰ ਗਵਰਨਮੈਂਟ ਦੇ ਟਾਰਗੇਟਸ ਨੇ ਕਿ ਫ੍ਰੈਂਚ ਸਪੀਕਿੰਗ ਐਪਲੀਕੈਂਟਸ ਨੂੰ ਕੁਬੈਕ ਤੋਂ ਬਾਹਰ ਐਡਜਸਟ ਕਰਨਾ। ਉਹਨਾਂ ਦੇ ਟਾਰਗੇਟ ਵੀ ਬਹੁਤ ਨੇ, ਉਹ ਪੂਰੇ ਨਹੀਂ ਹੁੰਦੇ। ਸੋ ਇਹਦਾ ਮਤਲਬ ਇਹ ਹੈ ਕਿ ਜਿਹੜਾ ਅਗਲਾ ਟ੍ਰੈਂਡ ਹੈ ਉਹ ਲੈਂਗੁਏਜ, ਡਿਗਰੀਜ਼, ਸਕਿੱਲਸ, ਤੁਹਾਡੀ ਅਡੈਪਟੇਬਿਲਿਟੀ ਕੈਨੇਡਾ ਦੇ ਲਈ, ਤੇ ਤੁਹਾਡੀ ਫੰਡਿੰਗ ਵਗੈਰਾ ਤੁਹਾਡੇ ਕੋਲ ਕਿੰਨੀ ਕੁ ਅਵੇਲੇਬਲ ਹੈ, ਤੇ ਤੁਹਾਡਾ ਕੀ ਇੱਥੇ ਕੋਈ ਫੈਮਿਲੀ ਮੈਂਬਰ ਰਹਿੰਦਾ ਪਹਿਲਾਂ, ਤੁਹਾਨੂੰ ਉਹਦੇ ਨੰਬਰ ਮਿਲ ਜਾਂਦੇ ਨੇ। ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਡਿਪੈਂਡ ਕਰਦਾ। ਮਿਸਟਰ ਗਰੇਵਾਲ, ਜਿੱਦਾਂ ਹੁਣ ਟਾਈਮ ਟੂ ਟਾਈਮ ਅਸੀਂ ਦੇਖਦੇ ਹਾਂ ਕਿ ਡਿਫਰੈਂਟ ਤਰ੍ਹਾਂ ਦੇ ਪ੍ਰੋਗਰਾਮਸ ਜਿਹੜੇ ਇੰਟਰੋਡਿਊਸ ਕਰਵਾਏ ਜਾਂਦੇ ਆ ਫੈਡਰਲ ਸਰਕਾਰ ਦੇ ਵੱਲੋਂ, ਫੈਡਰਲ ਗਵਰਨਮੈਂਟ ਦੇ ਵੱਲੋਂ। ਸਮਟਾਈਮਸ ਉਹ ਫੈਡਰਲ ਸਰਕਾਰ ਦੇ ਵੱਲੋਂ ਹੁੰਦੇ ਆ, ਸਮਟਾਈਮਸ ਉਹ ਪ੍ਰੋਵਿੰਸ਼ੀਅਲ ਦੇ ਤੌਰ ਤੇ ਹੁੰਦੇ ਆ ਕਿ ਤੁਸੀਂ ਸੂਬੇ ਦੇ ਆਧਾਰ ਦੇ ਉੱਤੇ ਤੁਸੀਂ ਆਪਣੀਆਂ ਰਿਕੁਆਇਰਮੈਂਟਸ ਜਿਹੜੀਆਂ ਉਹ ਦੇਖ ਸਕਦੇ ਹੋ, ਤੇ ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਪਰਮਾਨੈਂਟ ਰੈਜ਼ੀਡੈਂਸੀ ਮਿਲਦੀ ਹੈ ਤਾਂ ਤੁਸੀਂ ਜਿਹੜੀ ਆ ਅਪਲਾਈ ਕਰ ਸਕਦੇ ਆ। ਪਰ ਹੁਣ ਅਸੀਂ ਇਹ ਵੀ ਕਿੰਨੇ ਸਮੇਂ ਤੋਂ ਇਹ ਦੇਖਿਆ ਹੈ ਕਿ ਲੋਕ ਜਿਹੜੇ ਨੇ ਉਹ ਉੱਥੇ ਜ਼ਿਆਦਾ ਪਸੰਦ ਕਰਦੇ ਨੇ ਜਿੱਥੇ ਥੋੜਾ ਬਹੁਤ ਵੈਦਰ ਸਹੀ ਹੈਗਾ ਆ। ਹੁਣ ਜਿਹੜੇ ਜੇ ਅਸੀਂ ਉਧਰ ਮੌਂਕਟਨ ਵਗੈਰਾ ਵਾਲੇ ਪਾਸੇ ਦੀ ਗੱਲ ਕਰ ਲਈਏ, ਕਿਊਬੈਕ ਵਾਲੇ ਪਾਸੇ ਦੀ ਗੱਲ ਕਰ ਲਈਏ, ਮੈਨੀਟੋਬਾ ਵਾਲੇ ਪਾਸੇ ਦੀ ਗੱਲ ਕਰ ਲਈਏ, ਉਧਰਲੇ ਪਾਸੇ ਜਦੋਂ ਜਾਂ ਬਹੁਤ ਸਾਰੇ ਲੋਕ ਜਿਹੜੇ ਆ ਉਹ ਉਦੋਂ ਜਾਂਦੇ ਆ ਜਦੋਂ ਕਿਤੇ ਹੋਰ ਉਹਨਾਂ ਦਾ ਹੱਥ ਪੈਰ ਨਹੀਂ ਵੱਜਦਾ, ਜਾਂ ਉਹ ਕਹਿੰਦੇ ਆ ਕਿ ਚਲੋ ਉੱਥੇ ਜਾ ਕੇ ਅਸੀਂ ਪਰਮਾਨੈਂਟ ਹੋ ਜਾਂਦੇ ਆ। ਪਰ ਉਸ ਤੋਂ ਬਾਅਦ ਫਿਰ ਉਹ ਇਦਾਂ ਦੇ ਜਿੱਦਾਂ ਹੁਣ ਅਸੀਂ ਵੈਸਟ 'ਚ ਰਹਿੰਦੇ ਆ, ਇੱਧਰ ਵੈਸਟ ਕੋਸਟ ਤੇ ਇੱਥੇ ਆਉਣਾ ਪਸੰਦ ਕਰਦੇ ਆ। ਕੀ ਲੱਗਦਾ ਕਿ ਲੋਕ ਜਿਹੜੇ ਨੇ ਉਹ ਵੀ ਟ੍ਰੈਂਡ ਬਦਲਿਆ ਆ ਹੁਣ 2021 ਦੇ ਵਿੱਚ, ਕਿ ਪਹਿਲਾਂ ਵੀ ਇਸ ਤਰ੍ਹਾਂ ਦਾ ਹੀ ਸੀਗਾ? ਉਹ ਟ੍ਰੈਂਡ ਵੀ ਬਦਲਿਆ, ਤੇ ਇਨਫੈਕਟ ਪਿਛਲੇ 5 ਸਾਲ ਤੋਂ ਟ੍ਰੈਂਡ ਬਦਲਿਆ ਹੋਇਆ। ਤੇ ਪਹਿਲਾਂ ਲੋਕ ਜ਼ਿਆਦਾ ਮੈਟਰੋ ਸਿਟੀਜ਼ ਦੇ ਵਿੱਚ ਆ ਕੇ ਸੈੱਟ ਹੁੰਦੇ ਸੀ, ਟੋਰਾਂਟੋ, ਮੌਂਟਰੀਅਲ, ਵੈਨਕੂਵਰ। ਹੌਲੀ ਫਿਰ ਜਿਹੜੇ ਇਸ ਤੋਂ ਛੋਟੇ ਸ਼ਹਿਰ ਨੇ, ਵਿਨੀਪੈਗ, ਕੈਲਗਰੀ ਜਾਂ ਹੋਰ ਇੱਦਾਂ ਦੇ ਸ਼ਹਿਰ, ਉਹਨਾਂ 'ਚ ਸੈੱਟ ਹੋਣ ਲੱਗੇ। ਉਸ ਤੋਂ ਬਾਅਦ ਫਿਰ ਅਟਲਾਂਟਿਕ ਕੈਨੇਡਾ ਦੇ ਵਿੱਚ, ਕਿਉਂਕਿ
ਅਟਲਾਂਟਿਕ ਕੈਨੇਡਾ ਦੇ ਵਿੱਚ ਬੜੇ ਚੈਲੰਜਸ ਸੀਗੇ ਪਹਿਲਾਂ। ਉਹਨਾਂ ਦੀ ਨਾ ਤਾਂ ਪੋਪੂਲੇਸ਼ਨ ਗਰੋ ਕਰਦੀ ਸੀ, ਨਾ ਇਕਨੋਮੀ ਗਰੋ ਕਰਦੀ ਸੀ, ਪਰ ਪਾਸ ਦੇ ਵਿੱਚ ਨੋਵਾ ਸਕੋਸ਼ੀਆ ਵਗੈਰਾ ਪ੍ਰੋਵਿੰਸ ਦੀ ਇਕਨੋਮੀ ਬਹੁਤ ਵਧੀਆ ਹੁੰਦੀ ਸੀ। ਆਮ ਟਾਕਿੰਗ 100 ਇਅਰਸ ਅਗੋ, 50 ਇਅਰਸ ਅਗੋ। ਜੀ ਜੀ। ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਹੁਣ ਜਿਹੜਾ ਇਮੀਗ੍ਰੇਸ਼ਨ ਦਾ ਟ੍ਰੈਂਡ ਹੈ ਇਸ ਵੇਲੇ ਉਹ ਰੂਰਲ ਓਰੀਐਂਟਡ ਜ਼ਿਆਦਾ। ਉਹ ਚਾਹੁੰਦੇ ਨੇ ਇਮੀਗ੍ਰੇਸ਼ਨ ਜਿਹੜੇ ਪਾਲਿਸੀ ਮੇਕਰਸ ਨੇ ਕਿ ਇਮੀਗ੍ਰੈਂਟ ਨਵੇਂ ਆਉਣ ਤੇ ਉਹ ਵੱਡੇ ਸ਼ਹਿਰਾਂ ਤੋਂ ਬਾਹਰ ਜਾ ਕੇ ਸੈੱਟ ਹੋਣ। ਇਟਸ ਅ ਗੁੱਡ ਆਈਡੀਆ ਟੂ, ਕਿਉਂਕਿ ਸਾਡਾ ਕੈਨੇਡਾ ਦਾ ਸਾਰਾ ਹੀ ਹੈ ਨਾ। ਕੈਨੇਡਾ ਦੀ 90% ਪਾਪੂਲੇਸ਼ਨ ਕੈਨੇਡਾ ਦੇ US ਬਾਰਡਰ ਦੇ 90 ਕਿਲੋਮੀਟਰ ਦੇ ਅੰਦਰ ਅੰਦਰ ਰਹਿੰਦੀ ਹੈ। ਇਹਦਾ ਮਤਲਬ ਇਹ ਹੈ ਕਿ ਅਸੀਂ ਇੱਕ ਬੈਲਟ ਦੇ ਵਿੱਚ ਆਪਣੇ ਆਪ ਨੂੰ ਐਡਜਸਟ ਕਰ ਲਿਆ, ਬਾਕੀ ਸਾਰਾ ਕੈਨੇਡਾ ਖਾਲੀ ਛੱਡਤਾ। ਤੇ ਉਹ ਕੈਨੇਡਾ ਦੇ ਵਿੱਚ ਵੀ ਰਿਸੋਰਸਸ ਨੇ, ਉਹ ਵੀ ਕੈਨੇਡਾ ਹੀ ਹੈ। ਉੱਥੇ ਵੀ ਸਾਨੂੰ ਇਨਫਰਾਸਟ੍ਰਕਚਰ ਬਿਲਡ ਕਰਨੀ ਚਾਹੀਦੀ ਹੈ ਗਵਰਨਮੈਂਟ ਨੂੰ, ਤੇ ਲੋਕਾਂ ਨੂੰ ਵੀ ਉੱਥੇ ਰਹਿਣਾ ਚਾਹੀਦਾ। ਇੱਕ ਸਮਾਂ ਆਏਗਾ ਕਿਉਂਕਿ ਜਿਹੜਾ ਪੋਲਰ ਆਈਸ ਆ ਉਹ ਮੈਲਟ ਕਰ ਰਹੀ ਹੈ ਗਲੋਬਲ ਵਾਰਮਿੰਗ ਨਾਲ, ਤੇ ਆਉਣ ਵਾਲੇ 5-7 ਸਾਲਾਂ ਦੇ ਵਿੱਚ ਜਿਹੜੇ ਸ਼ਿਪਿੰਗ ਲਾਈਨਸ ਨੇ ਉਹ ਆਰਕਟਿਕ ਦੇ ਵਿੱਚ ਦੀ ਲੰਘਣੀ ਸ਼ੁਰੂ ਹੋ ਜਾਣਗੇ। ਉਹਦੇ ਨਾਲ ਕੀ ਹੋਏਗਾ ਕਿ ਜਿਹੜੇ ਨੈਚੁਰਲ ਰਿਸੋਰਸਸ ਨੇ ਉਹਨਾਂ ਦੀ ਵੈਲਿਊ ਵਧੇਗੀ, ਤੇ ਕੈਨੇਡਾ ਦੇ ਵਿੱਚ ਨਵੀਆਂ ਪੋਰਟਸ ਬਣਨਗੀਆਂ ਆਰਕਟਿਕ ਦੇ ਵਿੱਚ, ਤੇ ਉੱਥੇ ਸ਼ਹਿਰ ਨਵੇਂ ਵਸਣਗੇ। ਤੇ ਗਵਰਨਮੈਂਟ ਉਹਦੇ ਬਾਰੇ ਕਿੰਨਾ ਕੁ ਧਿਆਨ ਕਰ ਰਹੀ ਹੈ, ਮੈਨੂੰ ਉਹਦੇ ਤੇ ਬੜਾ ਕਿੰਤੂ ਪਰੰਤੂ ਹੈ। ਜੇ ਮੈਂ ਪ੍ਰਾਈਮ ਮਿਨਿਸਟਰ ਹੋਵਾਂ ਕੈਨੇਡਾ ਦਾ ਤਾਂ ਮੈਂ ਬੜੀ ਕੋਸ਼ਿਸ਼ ਕਰਾਂ ਕਿ ਉੱਥੇ ਨਵੀਆਂ ਪੋਰਟਸ ਹੁਣੇ ਬਣਾਵਾਂ, ਉਹਨਾਂ ਸ਼ਹਿਰਾਂ ਨੂੰ ਡਿਵੈਲਪ ਕਰਾਂ। ਜਦੋਂ ਆਰਕਟਿਕ ਆਈਸ ਮੈਲਟ ਹੋ ਜਾਂਦੀ ਹੈ ਉਸ ਟਾਈਮ ਦੇ ਉੱਤੇ ਵੀ ਸ਼ੁੱਡ ਬੀ ਰੈਡੀ ਟੂ ਸਰਵ, ਰੈਡੀ ਟੂ ਗੋ। ਅਦਰਵਾਈਜ਼ ਚਾਈਨਾ, ਰਸ਼ੀਆ ਜਾਂ ਹੋਰ ਕੰਟਰੀ ਟੇਕ ਓਵਰ ਕਰ ਰਹੇ ਨੇ ਇਸ ਸਿਚੁਏਸ਼ਨ ਨੂੰ। ਦੇ ਆਰ ਗੋਇੰਗ ਟੂ ਕੈਪੀਟਲਾਈਜ਼। ਪਿਛਲੇ ਸਾਲ ਦੇ ਵਿੱਚ ਚਾਈਨਾ ਦੇ 13 ਆਈਸ ਬ੍ਰੇਕਰ ਸ਼ਿਪ ਆਰਕਟਿਕ ਵਿੱਚ ਦੀ ਲੰਘੇ। what business China has to be there in the Canadian territories ਜਾਂ ਉੱਥੋਂ ਦੀ ਲੰਘਣ। ਸੋ ਮੈਂ ਪਰਸਨਲੀ ਇਹ ਬਿਲੀਵ ਕਰਦਾ ਕਿ ਰੂਰਲ ਏਰੀਆ ਡਿਵੈਲਪਮੈਂਟ ਦੇ ਵਿੱਚ ਜਿਹੜੇ ਪ੍ਰੋਜੈਕਟ ਆਏ ਨੇ ਉਹਨਾਂ ਦੀ ਬੜੀ ਵੈਲਿਊ ਹੈ ਇਸ ਵੇਲੇ। ਸਿਮਿਲਰਲੀ ਜਿਹੜੇ 4 ਅਟਲਾਂਟਿਕ ਪ੍ਰੋਵਿੰਸਸ ਨੇ, ਨੋਵਾ ਸਕੋਸ਼ੀਆ, ਨਿਊ ਬਰੰਜ਼ਵਿਕ, ਪ੍ਰਿੰਸ ਐਡਵਰਡ ਆਈਲੈਂਡ, ਨਿਊਫਾਊਂਡਲੈਂਡ, ਲੈਬਰਾਡੋਰ, ਇਹਨਾਂ 4 ਦੇ ਵਿੱਚ ਜਿਹੜੇ ਇਮੀਗ੍ਰੇਸ਼ਨ ਦੇ ਪ੍ਰੋਜੈਕਟ ਨੇ ਉਹਨਾਂ ਦੇ ਵਿੱਚ ਕਈ ਫੈਸਿਲਿਟੀਜ਼ ਅਵੇਲੇਬਲ ਨੇ। ਜਿਹੜੇ ਨਵੇਂ ਇਮੀਗ੍ਰੈਂਟ ਆਉਂਦੇ ਨੇ ਉਹਨਾਂ ਨੂੰ ਕੈਪੀਟਲਾਈਜ਼ ਕਰਨਾ ਚਾਹੀਦਾ ਉਹਨਾਂ ਦੇ ਵਿੱਚ, ਤੇ ਉਹਨਾਂ ਦੇ ਪਾਇਲਟ ਪ੍ਰੋਜੈਕਟ ਨੇ। ਗਵਰਨਮੈਂਟ ਇੱਕ ਤਾਂ ਇਮੀਗ੍ਰੇਸ਼ਨ ਪਾਲਿਸੀ ਹੈ ਜਿਹੜੀ ਉਹਦੇ ਤਹਿਤ ਲੋਕਾਂ ਨੂੰ ਆਉਣ ਦਿੰਦੀ ਹੈ। ਉਹਦੇ ਵਿੱਚ ਇੱਕ ਸਿਸਟਮ ਹੈ ਐਕਸਪ੍ਰੈਸ ਐਂਟਰੀ। ਜਿਹੜਾ ਐਕਸਪ੍ਰੈਸ ਐਂਟਰੀ ਹੈ ਉਹ ਮੈਨੇਜ ਕਰਦੀ ਹੈ 4 ਹੋਰ ਤਰ੍ਹਾਂ ਦੀ ਇਮੀਗ੍ਰੇਸ਼ਨ ਨੂੰ। ਉਹਦੇ ਵਿੱਚ ਹੈ ਫੈਡਰਲ ਸਕਿੱਲ ਵਰਕਰਸ, ਫੈਡਰਲ ਸਕਿੱਲ ਟ੍ਰੇਡਸ, ਕੈਨੇਡੀਅਨ ਐਕਸਪੀਰੀਅੰਸ ਕਲਾਸ ਤੇ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮਸ। ਜਿਹੜਾ ਐਕਸਪ੍ਰੈਸ ਐਂਟਰੀ ਸਿਸਟਮ ਹੈ ਇਹ ਕੰਪਰੀਹੈਂਸਿਵ ਰੈਂਕਿੰਗ ਸਿਸਟਮ ਇਹਨੂੰ ਮੈਨੇਜ ਕਰਦਾ, ਜਾਂ ਉਹਦੇ ਆਧਾਰ ਦੇ ਉੱਤੇ ਡਰਾ ਨਿਕਲਦੇ ਨੇ, ਤੇ ਜਿਹੜੀ ਕੱਟ ਆਫ ਦਾ ਥ੍ਰੈਸ਼ਹੋਲਡ ਹੈ ਉਦੋਂ ਜਿਹੜੇ ਵੱਧ ਨੰਬਰਾਂ ਵਾਲੇ ਨੇ ਉਹਨਾਂ ਨੂੰ ਇਨਵੀਟੇਸ਼ਨ ਟੂ ਅਪਲਾਈ ਦਿੱਤਾ ਜਾਂਦਾ। ਉਹਦੇ ਵਿੱਚ ਲੋਕ ਆਉਂਦੇ ਨੇ ਤੇ ਉਹ ਫਿਰ PR ਦੇ ਲਈ ਅਪਲਾਈ ਕਰਕੇ ਉਹ PR ਲੈ ਕੇ ਕੈਨੇਡਾ ਚ ਆਉਂਦੇ ਨੇ। ਆਪਾਂ ਉਹਨਾਂ ਬਾਰੇ 1 ਮਿੰਟ ਠਹਿਰ ਕੇ ਗੱਲ ਕਰਦੇ ਹਾਂ। ਤੇ ਜਿਹੜਾ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਹੈ ਉਹਦੇ ਚ ਪ੍ਰੋਵਿੰਸਸ ਨੂੰ ਅਥਾਰਟੀਜ਼ ਦਿੱਤੀਆਂ ਗਈਆਂ ਨੇ। ਪ੍ਰੋਵਿੰਸਸ ਨੇ ਫੈਡਰਲ ਗਵਰਨਮੈਂਟ ਦੇ ਨਾਲ, ਕਿਉਂਕਿ ਇਮੀਗ੍ਰੇਸ਼ਨ ਇੱਕ ਫੈਡਰਲ ਗਵਰਨਮੈਂਟ ਦਾ ਇਸ਼ੂ ਹੈ, ਸਟਿਲ ਫੈਡਰਲ ਗਵਰਨਮੈਂਟ ਇਹਨੂੰ ਮੈਨੇਜ ਕਰਦੀ ਹੈ। ਹੈਲਥ ਕੇਅਰ, ਸਿਕਿਉਰਿਟੀ ਉਹ ਵੀ ਫੈਡਰਲ ਗਵਰਨਮੈਂਟ ਦੇਖਦੀ ਹੈ। ਤੇ ਪ੍ਰੋਵਿੰਸਸ ਨੇ ਜਿਹੜੇ ਉਹਨਾਂ ਕੋਲੇ ਅਥਾਰਟੀ ਹੈ ਕਿ ਉਹ ਆਪਣੇ ਡਿਫਰੈਂਟ ਪ੍ਰੋਗਰਾਮਾਂ ਦੇ ਅਧੀਨ, ਜਿਸ ਤਰ੍ਹਾਂ 90 ਦੇ ਕਰੀਬ ਪ੍ਰੋਗਰਾਮ ਨੇ ਜਿਹੜੇ ਪ੍ਰੋਵਿੰਸ਼ੀਅਲ ਪ੍ਰੋਗਰਾਮਸ ਨੇ, ਉਹਨਾਂ ਦੇ ਅਧੀਨ ਉਹ ਨੋਮੀਨੇਟ ਕਰਦੇ ਨੇ ਐਪਲੀਕੈਂਟ ਨੂੰ, ਤੇ ਉਸ ਐਪਲੀਕੈਂਟ ਨੂੰ 600 ਨੰਬਰ ਮਿਲਦੇ ਨੇ। ਹੁਣ ਜਿਹੜਾ ਸਕੋਰ ਆ ਜਿਹਦੇ CRS ਸਕੋਰ ਜਿਹਨੂੰ 600 ਨੰਬਰ ਮਿਲ ਜਾਂਦੇ ਨੇ ਉਹਦਾ ਕੈਨੇਡਾ ਨੂੰ ਇਨਵੀਟੇਸ਼ਨ ਟੂ ਅਪਲਾਈ ਕਰਨਾ ਆਲਮੋਸਟ ਗਰੰਟਿਡ ਹੁੰਦਾ। ਸੋ ਉਹ ਬੜੀ ਵਧੀਆ ਚੀਜ਼ ਹੈ। ਉਹ ਪ੍ਰੋਗਰਾਮ ਨੇ ਜਿਹੜੇ ਇਸੇ ਤਰ੍ਹਾਂ ਹੀ ਅਟਲਾਂਟਿਕ ਕੈਨੇਡਾ ਦਾ ਜਿਹੜਾ ਪ੍ਰੋਗਰਾਮ ਹੈ ਇਹ ਪਾਇਲਟ ਪ੍ਰੋਜੈਕਟ ਆ। ਉਹਦੇ ਚ ਅਟਲਾਂਟਿਕ ਕੈਨੇਡਾ ਦੇ ਜਿਹੜੇ ਹੈਗੇ ਨੇ ਪ੍ਰੋਵਿੰਸਸ ਉਹਨਾਂ ਨੇ ਆਪਣੀਆਂ ਕੰਡੀਸ਼ਨ ਥੋੜ੍ਹੀਆਂ ਲੈਕਸ ਤਰੀਕੇ ਨਾਲ ਰੱਖੀਆਂ ਹੋਈਆਂ ਨੇ, ਉਹ ਵੀ ਅਲਾਉ ਕਰਦੇ ਨੇ। ਇਸ ਤੋਂ ਇਲਾਵਾ ਜਿਹੜੀਆਂ ਰੂਰਲ ਪ੍ਰੋਗਰਾਮਸ ਨੇ, ਰੂਰਲ ਨਾਰਦਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਜੈਕਟ, ਇਹਨਾਂ ਦੇ ਵਿੱਚ 2-3 ਤਰ੍ਹਾਂ ਦੇ ਪ੍ਰੋਗਰਾਮ ਨੇ। ਇੱਕ ਤਾਂ ਹੈ ਜਿਹੜਾ ਕਮਿਊਨਿਟੀ ਓਰੀਐਂਟਡ ਪ੍ਰੋਗਰਾਮ ਹੈ, ਉਹਦੇ ਚ ਓਨਟਾਰੀਓ, ਵੈਸਟਰਨ ਕੈਨੇਡਾ ਜਾਂ ਹੋਰ ਨਾਰਦਰਨ ਟੈਰੀਟਰੀਜ਼ ਵਗੈਰਾ, ਉਹਦੇ ਚ 11 ਕਮਿਊਨਿਟੀਜ਼ ਨੇ। ਉਹ 11 ਕਮਿਊਨਿਟੀਜ਼ ਨੇ ਜਿਹੜੀਆਂ ਉਹ ਕਮਿਊਨਿਟੀ ਦੇ ਲੋਕ ਹੀ ਰਿਕਮੈਂਡ ਕਰਦੇ ਨੇ। ਉਹਦੇ ਚ ਚੇਂਬਰ ਆਫ ਕਾਮਰਸ ਹੋ ਸਕਦਾ, ਉਹਦੇ ਚ ਮਿਊਨਿਸਪੈਲਿਟੀਜ਼ ਹੋ ਸਕਦੀਆਂ ਨੇ, ਤੇ ਇਹਨਾਂ ਦਾ ਜਿਹੜਾ ਟ੍ਰੈਂਡ ਹੈ ਅੱਗੇ ਲਈ ਉਹ ਵੀ ਵਧੇਗਾ। ਅੱਜ ਤੱਕ ਜਿਹੜੇ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ ਜਾਂ ਹੋਰ ਏਸ਼ੀਅਨ ਕੰਟਰੀਆਂ ਦੇ ਜਿਹੜੇ ਇਮੀਗ੍ਰੈਂਟ ਆਉਂਦੇ ਨੇ ਉਹਨਾਂ ਨੇ ਇਹ ਪ੍ਰੋਗਰਾਮ ਘੱਟ ਅਵੇਲ ਕੀਤੇ ਨੇ। ਇਹਨਾਂ ਦੇ ਵਿੱਚ ਪੋਟੈਂਸ਼ੀਅਲ ਜ਼ਿਆਦਾ। ਸੋ ਮੈਂ ਮਤਲਬ ਇਸ ਚੀਜ਼ ਦਾ ਧਾਰਨੀ ਹੈ ਕਿ ਜਿਹੜੇ ਪ੍ਰੋਜੈਕਟ ਪਾਇਲਟ ਪ੍ਰੋਜੈਕਟ ਇਦਾਂ ਦੇ ਨੇ ਉਹਨਾਂ ਦੀ ਲੋਕਾਂ ਨੂੰ ਉਹਨਾਂ ਨੂੰ ਅਵੇਲ ਕਰਨਾ ਚਾਹੀਦਾ,
ਤੇ ਜਿਹੜੇ ਲੋਕ ਐਲੀਜੀਬਲ ਨੇ ਆਉਣਾ ਚਾਹੀਦਾ ਉਹਨਾਂ ਨੂੰ ਯੂਜ਼ ਕਰਨਾ ਚਾਹੀਦਾ। ਤੇ ਇਹਦਾ ਐਗਰੀ ਫੂਡ ਇਮੀਗ੍ਰੇਸ਼ਨ ਪਾਇਲਟ ਪ੍ਰੋਜੈਕਟ ਹੈ, ਫਿਰ ਸੀਜ਼ਨਲ ਐਗਰੀਕਲਚਰ ਵਰਕਰਸ ਪ੍ਰੋਜੈਕਟ ਨੇ, ਉਹਨਾਂ ਪ੍ਰੋਜੈਕਟ ਦੇ ਉੱਤੇ ਵੀ ਧਿਆਨ ਦੇਣਾ ਚਾਹੀਦਾ ਜੀ। ਸੋ ਇਨ ਨਟਸ਼ੈਲ ਜਿਹੜਾ PNP ਪ੍ਰੋਗਰਾਮਸ ਨੇ ਇਹਨਾਂ ਦੇ ਅਧੀਨ ਤਕਰੀਬਨ 50% ਇਮੀਗ੍ਰੈਂਟ ਨੇ ਜਿਹੜੇ ਕੈਨੇਡਾ ਦੇ ਇਸ ਪ੍ਰੋਗਰਾਮ ਦੇ ਵਿੱਚ ਆਉਂਦੇ ਨੇ। ਜਿਹੜਾ ਐਕਸਪ੍ਰੈਸ ਐਂਟਰੀ ਸਿਸਟਮ ਹੈ, ਤਕਰੀਬਨ ਕੈਨੇਡਾ ਦੀ 60% ਦੇ ਕਰੀਬ ਇਮੀਗ੍ਰੇਸ਼ਨ ਹੈ ਜਿਹੜੀ ਉਹ ਐਕਸਪ੍ਰੈਸ ਐਂਟਰੀ ਦੇ ਥਰੂ ਆਉਂਦੀ ਹੈ। ਨਾਈਸ ਜੀ। ਮਿਸਟਰ ਗਰੇਵਾਲ, ਜਿਵੇਂ ਹੁਣ ਇਮੀਗ੍ਰੇਸ਼ਨ ਬਹੁਤ ਵੱਧ ਰਹੀ ਹੈ, ਬਹੁਤ ਸਾਰੇ ਲੋਕ ਆ ਰਹੇ ਨੇ, ਬਹੁਤ ਸਾਰੀ ਗਵਰਨਮੈਂਟ ਵੱਲੋਂ ਵੀ ਇਨੀਸ਼ੀਏਟਿਵ ਕੀਤਾ ਜਾਂਦਾ ਹੈ, ਲੋਕ ਵੀ ਚਾਹੁੰਦੇ ਨੇ ਅਸੀਂ ਸੈਟਲ ਹੋਈਏ, ਪਰ ਉਹਦੇ ਨਾਲ ਹੁਣ ਕਿਹੜੀਆਂ ਗੱਲਾਂ ਨੇ ਜਿਹੜੀਆਂ ਸਾਨੂੰ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ, ਜਾਂ ਕਿਹੜੀਆਂ ਗੱਲਾਂ ਨੇ ਜਿਹੜੀਆਂ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਜਦੋਂ ਅਸੀਂ ਇਮੀਗ੍ਰੇਸ਼ਨ ਦੇ ਬਿਜ਼ਨਸ ਦੇ ਵਿੱਚ ਆਉਂਦੇ ਹਾਂ? ਬਹੁਤ ਵਧੀਆ ਕੁਐਸਚਨ ਹੈ ਤੁਹਾਡਾ। ਮੈਂ ਇਹ ਕਹਾਂਗਾ ਕਿ ਇਮੀਗ੍ਰੇਸ਼ਨ ਲੈਣ ਲਈ ਤੁਹਾਨੂੰ ਜਾਂ ਕੈਨੇਡਾ ਦੇ ਵਿੱਚ ਆਉਣ ਲਈ, ਆਈ ਸ਼ੁੱਡ ਸੇ ਕੈਨੇਡਾ 'ਚ ਆਉਣ ਲਈ ਲੋਕ 3 ਤਰੀਕੇ ਯੂਜ਼ ਕਰਦੇ ਆ। ਪਹਿਲਾ ਤਰੀਕਾ ਯੂਜ਼ ਕਰਦੇ ਆ ਇਲੀਗਲ ਇਮੀਗ੍ਰੇਸ਼ਨ। ਲੋਕ ਬਾਰਡਰ ਕ੍ਰਾਸ ਕਰਕੇ ਅੰਡਰ ਡਿਫਰੈਂਟ ਪ੍ਰੀਵਿਊ ਡਿਸਗਾਈਜ਼ ਕਰਕੇ ਕੈਨੇਡਾ ਆਉਂਦੇ ਨੇ। ਡੂ ਨਾਟ ਡੂ ਦੈਟ। ਤੁਹਾਨੂੰ ਅੱਜ ਦੇ ਸਮੇਂ ਦੇ ਵਿੱਚ ਇਲੀਗਲ ਤਰੀਕੇ ਦੇ ਨਾਲ ਕੈਨੇਡਾ ਨਹੀਂ ਆਉਣਾ ਚਾਹੀਦਾ। ਇੱਕ ਤਾਂ ਤੁਸੀਂ ਆਪਣਾ ਟਾਈਮ ਖਰਾਬ ਕਰਦੇ ਹੋ, ਇੱਕ ਤੁਸੀਂ ਪੈਸੇ ਖਰਾਬ ਕਰਦੇ ਹੋ, ਇੱਕ ਆਪਣਾ ਫਿਊਚਰ ਵੀ ਖਰਾਬ ਕਰ ਸਕਦੇ ਹੋ, ਤੁਸੀਂ ਡਿਪੋਰਟ ਵੀ ਹੋ ਸਕਦੇ ਹੋ। ਡੋਂਟ ਡੂ ਦੈਟ। ਦੂਸਰਾ ਤਰੀਕਾ ਟੈਂਪਰੇਰੀ ਵਿਜ਼ਿਟ ਟੂ ਕੈਨੇਡਾ। ਉਹਦੇ ਵਿੱਚ ਤੁਸੀਂ ਜਿਹੜਾ ਵਿਜ਼ਿਟ ਕਰਨ ਲਈ ਆ ਸਕਦੇ ਹੋ ਕੈਨੇਡਾ, ਤੁਸੀਂ ਉਹ ਸੁਪਰ ਵੀਜ਼ਾ ਦੇ ਥਰੂ ਆ ਸਕਦੇ ਹੋ, ਸਟੂਡੈਂਟ ਪਰਮਿਟ ਲੈ ਕੇ ਆ ਸਕਦੇ ਹੋ, ਵਰਕ ਪਰਮਿਟ ਲੈ ਕੇ ਆ ਸਕਦੇ ਹੋ, ਟੈਂਪਰੇਰੀ ਫੋਰਨ ਵਰਕਰ ਬਣ ਕੇ ਆ ਸਕਦੇ ਹੋ। ਤੇ ਇਸ ਤੋਂ ਬਿਨਾਂ ਜਿਹੜੇ ਨਾਫਟਾ ਸੀ, ਜਿਹਨੂੰ ਅੱਜ ਕੱਲ USMCA ਕਹਿੰਦੇ ਨੇ, ਉਹਦੇ ਅਧੀਨ ਤੁਸੀਂ ਆ ਸਕਦੇ ਹੋ, ਇੰਟਰਾ ਕੰਪਨੀ ਟ੍ਰਾਂਸਫਰੀ ਦੇ ਤੌਰ ਤੇ ਆ ਸਕਦੇ ਹੋ। ਉਹ ਤਰੀਕੇ ਨੇ ਜਿਹੜੇ ਉਹਨਾਂ ਦੇ ਵਿੱਚੋਂ ਵੀ ਅੱਗੇ ਪਾਥਸ ਅਵੇਲੇਬਲ ਨੇ, ਇਮੀਗ੍ਰੇਸ਼ਨ ਦੇ ਪਾਥਵੇਜ਼, ਕਿ ਤੁਸੀਂ ਸਟੂਡੈਂਟ ਵੀ ਆਏ ਹੋ, ਚਾਹੇ ਤੁਸੀਂ ਵਰਕਰ ਆਏ ਹੋ, ਤਾਂ ਤੁਸੀਂ ਇਮੀਗ੍ਰੇਸ਼ਨ ਲੈਣ ਦੇ ਲਈ ਤੁਹਾਡੇ ਕੋਲੇ ਸਟਿਲ ਮੀਨਸ ਹੈਗੇ ਨੇ, ਤੁਸੀਂ ਇਮੀਗ੍ਰੈਂਟ ਵੀ ਬਣ ਸਕਦੇ ਹੋ। ਤੀਸਰਾ ਤਰੀਕਾ, ਤੁਸੀਂ ਕੈਨੇਡਾ 'ਚ ਇਮੀਗ੍ਰੈਂਟ ਦੇ ਤੌਰ ਤੇ ਆਵੋ। ਉਹਦੇ ਵਿੱਚ ਜਿਹੜੇ ਪ੍ਰੋਗਰਾਮ ਨੇ, ਚਾਹੇ ਉਹ ਫੈਮਿਲੀ ਦਾ ਪ੍ਰੋਗਰਾਮ ਹੈ, ਫੈਮਿਲੀ ਰੀਯੂਨੀਫਿਕੇਸ਼ਨ ਹੈ, ਜਿਹਦੇ 'ਚ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਆ ਸਕਦੇ ਨੇ, ਤੇ ਜਾਂ ਅਡਾਪਟਡ ਚਿਲਡਰਨ ਆ ਸਕਦੇ ਨੇ, ਤੇ ਔਰਫਨ ਬੱਚੇ ਆ ਸਕਦੇ ਨੇ। ਜੇ ਤੁਸੀਂ ਇਕੱਲੇ ਹੀ ਕੈਨੇਡਾ 'ਚ ਰਹਿਣਾ, ਤੁਹਾਡਾ ਇੱਥੇ ਕੋਈ ਨਹੀਂ ਰਹਿੰਦਾ, ਤਾਂ ਤੁਸੀਂ ਕਿਸੇ ਨੂੰ ਵੀ ਬੁਲਾ ਸਕਦੇ ਹੋ ਕੈਨੇਡਾ ਆਉਣ ਲਈ, ਕੈਨੇਡਾ 'ਚ ਸਪਾਂਸਰ ਕਰਕੇ ਬੁਲਾ ਸਕਦੇ ਹੋ। ਉੱਦਾਂ ਦੇ ਜਿਹੜੇ ਤਰੀਕੇ ਨੇ ਉਹ ਐਕਸਪਲੋਰ ਵੀ ਕੀਤੇ ਜਾ ਸਕਦੇ ਨੇ, ਉਹਨਾਂ ਦੇ ਵਿੱਚ ਵੀ ਲੋਕ ਆ ਸਕਦੇ ਨੇ। ਤੇ ਇਸ ਤੋਂ ਇਲਾਵਾ ਰੈਫਿਊਜੀਜ਼ ਤੇ ਪ੍ਰੋਟੈਕਟਡ ਪਰਸਨ ਨੇ। ਜੇ ਤੁਹਾਡੀ ਜਾਨ ਨੂੰ ਖਤਰਾ ਤੇ ਤੁਸੀਂ ਜਾਂ ਕਿਸੇ ਕੰਟਰੀ 'ਚੋਂ ਰੈਫਿਊਜੀ ਹੋ, ਜਿਹੜੇ ਕਨਵੈਨਸ਼ਨ ਰੈਫਿਊਜੀ ਦੀ ਡੈਫੀਨੇਸ਼ਨ ਨੂੰ ਮੀਟ ਕਰਦੇ ਹੋ, ਤੇ ਜਾਂ ਤੁਹਾਨੂੰ ਪ੍ਰੋਟੈਕਸ਼ਨ ਦੀ ਲੋੜ ਹੈ, ਤੁਹਾਡੀ ਸੈਕਸ਼ੂਅਲ ਓਰੀਐਂਟਡ ਜਾਂ ਰੇਸਿਜ਼ਮ ਕਰਕੇ ਜਾਂ ਕਿਸੇ ਕਾਰਨਾਂ ਕਰਕੇ, ਤੁਸੀਂ ਕੈਨੇਡਾ 'ਚ ਆ ਸਕਦੇ ਹੋ। ਇਸ ਤੋਂ ਇਲਾਵਾ ਫਿਰ ਜਿਹੜੇ ਇਮੀਗ੍ਰੇਸ਼ਨ ਦੇ ਅੱਗੇ ਪਾਥਵੇਜ਼ ਨੇ, ਇਕਨੋਮਿਕ ਪਾਥਵੇਜ਼ ਨੇ, ਉਹਨਾਂ ਦੇ ਵਿੱਚ ਜਿਸ ਤਰ੍ਹਾਂ ਆਪਾਂ ਦੱਸਿਆ ਕਿ ਐਕਸਪ੍ਰੈਸ ਐਂਟਰੀ ਸਿਸਟਮ ਦੇ ਥੱਲੇ ਫੈਡਰਲ ਸਕਿੱਲ ਵਰਕਰ ਪ੍ਰੋਗਰਾਮ, ਫੈਡਰਲ ਸਕਿੱਲ ਟ੍ਰੇਡ ਪ੍ਰੋਗਰਾਮ, ਕੈਨੇਡੀਅਨ ਐਕਸਪੀਰੀਅੰਸ ਕਲਾਸ, ਤੇ ਫਿਰ PNP ਪ੍ਰੋਗਰਾਮਸ ਨੇ। ਇਹਨਾਂ ਦੇ ਵਿੱਚ ਕੀ ਚਾਹੀਦਾ ਕਿ ਤੁਹਾਨੂੰ ਪੁਆਇੰਟ ਮਿਲਦੇ ਨੇ। ਉਹ ਪੁਆਇੰਟ ਮਿਲਦੇ ਨੇ ਤੁਹਾਡੇ ਕਰੈਕਟਰਿਸਟਿਕਸ ਦੇ ਆਧਾਰ ਦੇ ਉੱਤੇ, ਤੁਹਾਡੀ ਇੰਟੈਂਟ ਕਿ ਤੁਸੀਂ ਕਿੱਥੇ ਰਹਿਣਾ ਚਾਹੁੰਦੇ ਹੋ, ਤੁਹਾਡੀ ਐਬਿਲਿਟੀਜ਼ ਕੀ ਨੇ। ਉਹਦੇ ਵਿੱਚ ਫੈਕਟਰ ਜਿਹੜੇ ਕੰਸੀਡਰ ਹੁੰਦੇ ਨੇ ਉਹ ਹੈਗੇ ਨੇ ਏਜ, ਤੁਹਾਡਾ ਉਮਰ ਕਿੰਨੀ ਹੈ। ਜੇ ਤੁਸੀਂ ਬਹੁਤ ਵੱਡੀ ਏਜ ਦੇ ਹੋ ਤਾਂ ਤੁਹਾਨੂੰ ਘੱਟ ਪੁਆਇੰਟ ਮਿਲਦੇ ਨੇ, ਜਾਂ 18 ਸਾਲ ਤੋਂ ਘੱਟ ਆ ਤਾਂ ਵੀ ਤੁਹਾਨੂੰ 0 ਪੁਆਇੰਟ ਮਿਲਦੇ ਨੇ। ਤੇ ਪੁਆਇੰਟ ਸਿਸਟਮ ਹੈ ਤੁਹਾਡੀ ਏਜ ਦੇ ਉੱਤੇ ਡਿਪੈਂਡ ਕਰਦਾ। ਇੱਕ ਰੇਂਜ ਹੈ 18 ਤੋਂ 47 ਜਾਂ 43 ਸਾਲ, ਉਹਦੇ ਵਿੱਚ ਤੁਸੀਂ ਜੇ ਆਉਂਦੇ ਹੋ ਤਾਂ ਤੁਹਾਨੂੰ ਨੰਬਰ ਜ਼ਿਆਦਾ ਮਿਲਦੇ ਨੇ। ਫਿਰ ਦੂਸਰਾ ਹੈਗਾ ਕਰੈਕਟਰਿਸਟਿਕ ਕਿ ਤੁਹਾਡੀ ਐਜੂਕੇਸ਼ਨ ਕੀ ਹੈ, ਤੁਹਾਡੀ ਜਿਹੜੇ ਟ੍ਰੇਡ ਸਰਟੀਫਿਕੇਟਸ ਤੁਹਾਡੇ ਕੋਲ ਕਿਹੜੇ ਨੇ। ਜੇ ਤੁਹਾਡੀ ਐਜੂਕੇਸ਼ਨ ਰਿਕੁਆਇਰਡ ਐਜੂਕੇਸ਼ਨਾਂ ਦੇ ਵਿੱਚ ਆਉਂਦੀ ਹੈ, ਜਾਂ ਤੁਹਾਡੇ ਕੋਲ ਐਜੂਕੇਸ਼ਨ ਮਾਸਟਰਸ ਡਿਗਰੀ ਹੈ, ਗ੍ਰੈਜੂਏਸ਼ਨ ਹੈ, ਜਾਂ ਇਸ ਤੋਂ ਵੱਧ ਹੈ, ਜਾਂ ਪੋਸਟ ਸੈਕੰਡਰੀ ਹੈ, ਤਾਂ ਤੁਸੀਂ ਡਿਫਰੈਂਟ ਪਾਥਵੇਜ਼ ਦੇ ਲਈ ਕੁਆਲੀਫਾਈ ਕਰਦੇ ਹੋ। ਇਸ ਤੋਂ ਇਲਾਵਾ ਜਿਹੜਾ ਲੈਂਗੁਏਜ ਹੈ, ਕੈਨੇਡੀਅਨ ਲੈਂਗੁਏਜ ਬੈਂਚਮਾਰਕ, ਉਹਦੇ ਵਿੱਚ ਬੈਂਡਸ ਮਿਲਦੇ ਨੇ। ਤੇ ਉਹ ਜਿਹੜੇ ਬੈਂਡਸ ਨੇ, ਤੁਸੀਂ ਉਹ ਕਿੰਨੇ ਬੈਂਡ ਲੈਣੇ ਹੋ, ਤੁਹਾਨੂੰ ਜੇ 4 ਬੈਂਡਸ ਤੋਂ ਉੱਤੇ ਨੇ ਤੁਸੀਂ ਕੈਨੇਡਾ ਆ ਸਕਦੇ ਹੋ, ਤੇ ਜੇ ਤੁਹਾਡੇ 7 ਬੈਂਡਸ ਤੋਂ ਉੱਤੇ ਨੇ ਤਾਂ ਤੁਹਾਡੇ ਲਈ ਹੋਰ ਈਜ਼ੀ ਹੋ ਜਾਂਦਾ ਜੀ। ਤੇ ਉਹਦੀਆਂ ਜਿਹੜੀ ਕੈਟਾਗਰੀਜ਼ ਨੇ ਉਹਦੇ ਡਿਫਰੈਂਟ ਨੰਬਰ ਮਿਲਦੇ ਨੇ। ਜੇ ਤੁਸੀਂ ਨਾਲ ਫ੍ਰੈਂਚ ਵੀ ਜਾਣਦੇ ਹੋ ਤਾਂ ਜਿੱਦਾਂ ਮੈਂ ਪਹਿਲਾਂ ਦੱਸਿਆ, ਤੁਹਾਨੂੰ ਡਿਫਰੈਂਟ ਹੋਰ ਐਡੀਸ਼ਨਲ ਪੁਆਇੰਟ ਮਿਲਦੇ ਨੇ। ਫਿਰ ਇਸ ਤੋਂ ਬਿਨਾਂ ਤੁਹਾਡਾ ਵਰਕ ਐਕਸਪੀਰੀਅੰਸ, ਤੁਹਾਡਾ ਵਰਕ ਐਕਸਪੀਰੀਅੰਸ ਹੈ ਜਿਹੜਾ ਉਹ ਕੈਨੇਡਾ ਦੇ ਵਿੱਚ ਨੌਕ ਕਹਿੰਦੇ ਨੇ, ਨੈਸ਼ਨਲ ਆਕੂਪੇਸ਼ਨਲ ਕਲਾਸੀਫਿਕੇਸ਼ਨ। ਉਹਦੇ ਵਿੱਚ ਡਿਫਰੈਂਟ ਨੌਕਸ ਨੇ, 4 ਕੈਟਾਗਰੀਆਂ ਨੇ। ਉਹਨਾਂ ਦੇ ਵਿੱਚ ਅੱਗੇ 4 ਡਿਜਿਟ ਦੇ ਨੌਕਸ ਨੇ। ਉਹ ਤੁਹਾਡੀ ਡਿਫਾਈਨ ਕਰਦੇ ਨੇ ਕਿ ਤੁਹਾਡਾ ਐਕਸਪੀਰੀਅੰਸ ਕਿਦਾਂ ਦਾ, ਜਾਂ ਇੱਥੋਂ ਦੀਆਂ ਰਿਕੁਆਇਰਮੈਂਟਸ ਕੀ ਨੇ। ਜੇ ਤੁਸੀਂ ਉਹਨਾਂ ਕੈਟਾਗਰੀਆਂ ਨੂੰ
ਰਿਲੇਟ ਕਰਦੇ ਆ ਤੇ ਤੁਹਾਡੀ ਜਿਹੜੀ ਸਕਿੱਲਸ ਨੇ ਉਹ ਜਿਹੜੀਆਂ ਰਿਕੁਆਇਰਡ ਸਕਿੱਲਸ ਨੇ ਉਸ ਕੈਟਾਗਰੀ 'ਚ ਸ਼ਾਮਲ ਹੁੰਦੀਆਂ ਨੇ ਤਾਂ ਤੁਹਾਨੂੰ ਬਹੁਤ ਪੁਆਇੰਟ ਮਿਲ ਜਾਂਦੇ ਨੇ ਤੇ ਤੁਹਾਡੀ ਇਮੀਗ੍ਰੇਸ਼ਨ ਸੌਖੀ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਜਿਹੜਾ LMIA ਹੈ ਉਹ ਲੈਣਾ ਪੈਂਦਾ ਤੇ ਜੇ ਤੁਹਾਨੂੰ LMIA ਮਿਲ ਜਾਂਦਾ ਜਾਂ ਤੁਹਾਨੂੰ ਜੌਬ ਆਫਰ ਮਿਲ ਜਾਂਦੀ ਹੈ ਤੇ ਤੁਹਾਡਾ ਐਕਸਪੀਰੀਅੰਸ ਵੀ ਇੱਥੇ ਹੈ ਜਾਂ ਬਾਹਰਲਾ ਐਕਸਪੀਰੀਅੰਸ ਹੈ ਤਾਂ ਤੁਹਾਨੂੰ ਉਹਦੇ ਪੁਆਇੰਟ ਮਿਲਦੇ ਨੇ, ਤੁਹਾਨੂੰ ਕੈਨੇਡਾ 'ਚ ਆਉਣਾ ਸੌਖਾ ਹੋ ਜਾਂਦਾ। ਇਸ ਤੋਂ ਬਿਨਾਂ ਤੁਹਾਡੀ ਸਕਿੱਲ ਟ੍ਰਾਂਸਫਰੇਬਿਲਿਟੀ ਕਿੱਦਾਂ ਦੀ ਹੈ, ਜੇ ਉਹਦੇ 'ਚ ਤੁਹਾਡੇ ਇੱਥੇ ਕੋਈ ਰਿਲੇਟਿਵ ਹੈ ਤੁਹਾਨੂੰ ਐਕਸਟਰਾ ਪੁਆਇੰਟ ਮਿਲ ਜਾਂਦਾ। ਤੁਹਾਡੇ ਕੋਲੇ ਇੱਥੇ ਰਹਿਣ ਦੇ ਲਈ ਫੰਡਿੰਗ ਅਵੇਲੇਬਲ ਹੈ, ਤੁਸੀਂ ਪੈਸੇ ਥੋੜ੍ਹੇ ਜਿਹੇ ਨਾਲ ਲੈ ਕੇ ਆਉਂਦੇ ਹੋ 6 ਮਹੀਨੇ ਦੇ ਗੁਜ਼ਾਰਾ ਕਰਨ ਦੇ ਲਈ ਤਾਂ ਤੁਹਾਨੂੰ ਹੋਰ ਪੁਆਇੰਟ ਜ਼ਿਆਦਾ ਮਿਲ ਜਾਂਦੇ ਨੇ। ਸੋ ਤੁਹਾਡਾ ਇੱਥੇ ਕੋਈ ਸਿਬਲਿੰਗ ਰਹਿੰਦਾ ਉਹਦੇ ਪੁਆਇੰਟ ਮਿਲਦੇ ਨੇ ਜਿਸ ਤਰ੍ਹਾਂ ਮੈਂ ਦੱਸਿਆ। ਤੇ ਇਸ ਤੋਂ ਇਲਾਵਾ ਜਿਹੜਾ ਆਈਸਿੰਗ ਔਨ ਦਾ ਕੇਕ ਹੈਗੀ ਹੈ, ਜਿਹੜੀ ਆਈਸਿੰਗ ਔਨ ਦਾ ਕੇਕ ਉਹ ਹੈਗੀ ਹੈ ਤੁਹਾਡੇ PNP ਪੁਆਇੰਟਸ। ਜੇ ਤੁਸੀਂ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਵਿੱਚ ਅਪਲਾਈ ਕਰਦੇ ਹੋ ਨਾਲ ਤਾਂ ਤੁਹਾਨੂੰ ਉਹਦੇ 600 ਪੁਆਇੰਟ ਮਿਲ ਜਾਂਦੇ ਨੇ ਜੇ ਤੁਸੀਂ ਕੁਆਲੀਫਾਈ ਕਰਦੇ ਆ। ਨਾਲੇ ਦਾ ਟਾਈਮ ਘੱਟ ਲੱਗਦਾ, ਨਾਲੇ ਇਮੀਗ੍ਰੇਸ਼ਨ ਤੁਹਾਡੀ ਸੌਖੀ ਮਿਲਦੀ ਹੈ। ਸੋ ਇਹ ਪ੍ਰੋਗਰਾਮਸ ਨੇ। ਇਸੇ ਤਰ੍ਹਾਂ ਹੀ ਫਿਰ ਜਿਹੜੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਆ, ਜੇ ਤੁਸੀਂ ਕੈਨੇਡਾ 'ਚ ਆ ਗਏ ਤੁਹਾਡੇ ਕੋਲੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੈਗਾ ਤੇ ਤੁਹਾਡੇ ਕੋਲੇ ਇੱਥੋਂ ਦਾ ਰਿਕੁਆਇਰਡ ਐਕਸਪੀਰੀਅੰਸ ਹੈਗਾ 3 ਸਾਲਾਂ ਦੇ ਵਿੱਚ 1 ਸਾਲ ਦਾ ਐਕਸਪੀਰੀਅੰਸ ਆ, ਭਾਵੇਂ ਤੁਸੀਂ ਕੈਨੇਡਾ ਛੱਡ ਕੇ ਵੀ ਚਲੇ ਜਾਂਦੇ ਹੋ ਤੁਸੀਂ ਫਿਰ ਵੀ ਇਸ ਕੈਟਾਗਰੀ 'ਚ ਅਪਲਾਈ ਕਰ ਸਕਦੇ ਹੋ। ਤਾਂ ਇਹ ਬੜੀ ਵੱਡੀ ਐਡਵਾਂਟੇਜ ਹੈ। ਇਹ ਫਾਸਟ ਟਰੈਕ ਪ੍ਰੋਗਰਾਮਸ ਨੇ ਤੇ ਬੜੀ ਜਲਦੀ ਇਹਨਾਂ ਦੇ ਵਿੱਚ ਇਮੀਗ੍ਰੇਸ਼ਨ ਤੁਹਾਨੂੰ ਮਿਲ ਜਾਂਦੀ। ਤੁਸੀਂ ਕੈਨੇਡਾ ਦੇ ਵਿੱਚ ਐਜ਼ ਏ PR ਲੈਂਡ ਕਰ ਸਕਦੇ ਹੋ, ਪਰਮਨੈਂਟ ਰੈਜ਼ੀਡੈਂਸ। ਸੋ ਬਹੁਤ ਸਾਰੇ ਵੇ ਹੈਗੇ ਆ, ਬਹੁਤ ਸਾਰੇ ਪਾਥਸ ਹੈਗੇ ਆ ਜਿਹਨੂੰ ਤੁਸੀਂ ਫੋਲੋ ਕਰ ਸਕਦੇ ਆ, ਰਿਕੁਆਇਰਮੈਂਟਸ ਹੈਗੀਆਂ। ਬਿਲਕੁਲ ਇਸੇ ਤਰ੍ਹਾਂ ਹੀ ਆ ਵੀ ਕੰਪਲੀਟ ਕਰਦਾ ਤੁਹਾਡੇ ਜਿਹੜੇ ਬਿਜ਼ਨਸ ਕੈਟਾਗਰੀਜ਼ ਨੇ ਜਿਹਦੇ ਵਿੱਚ ਸੈਲਫ ਏਮਪਲੋਇਡ ਕੈਟਾਗਰੀ ਹੈ ਉਹਦੇ ਵਿੱਚ ਤੁਹਾਨੂੰ ਆਈਡੀਆ ਵਧੀਆ ਹੋਣਾ ਚਾਹੀਦਾ ਤੁਹਾਡੇ ਕੋਲੇ ਬਿਜ਼ਨਸ ਦਾ। ਭਾਵੇਂ ਤੁਹਾਡੇ ਕੋਲ ਪੈਸੇ ਨਹੀਂ ਹੈ ਪਰ ਆਈਡੀਆ ਹੈ ਬਿਜ਼ਨਸ ਕਰਨ ਦਾ, ਉਹ ਲੋਕ ਇੱਥੇ ਆ ਸਕਦੇ ਨੇ। ਉਹਨਾਂ ਨੂੰ ਫਿਰ ਕੋਈ ਐਂਜਲ ਇਨਵੈਸਟਰ ਲੱਭਣੇ ਪੈਂਦੇ ਨੇ ਜਾਂ ਕੋਈ ਇਨਕਿਊਬੇਟਰ ਹੈ ਜਿਹੜਾ ਉਹਨਾਂ ਨੂੰ ਸਪਾਂਸਰ ਕਰ ਸਕਦਾ। ਤਾਂ 75,000 ਤੋਂ ਲੈ ਕੇ $2 ਲੱਖ ਤੱਕ ਉਹ 'ਚ ਖਰਚਾ ਹੁੰਦਾ ਤੇ ਉਹ ਤੁਹਾਨੂੰ ਉਹ ਮਿਲ ਜਾਂਦਾ। ਤੁਸੀਂ PR ਲੈ ਕੇ ਇਮੀਡੀਏਟਲੀ ਸੈਟਲ ਹੋ ਜਾਂਦੇ ਹੋ। ਤੁਹਾਡਾ ਪ੍ਰੋਜੈਕਟ ਜੇ ਸਕਸੈਸਫੁਲ ਨਹੀਂ ਵੀ ਹੁੰਦਾ ਸਟਿਲ ਤੁਹਾਨੂੰ PR ਮਿਲ ਜਾਂਦੀ ਹੈ। ਸੋ ਇਦਾਂ ਦੇ ਜਿਹੜੇ ਪ੍ਰੋਗਰਾਮ ਨੇ ਦੇ ਆਰ ਦਾ ਰੀਅਲ ਲੈਜਿਟਿਮੇਟ ਪ੍ਰੋਗਰਾਮ। ਫਿਰ ਇਸ ਤਰ੍ਹਾਂ ਇੱਕ ਸਟਾਰਟਅਪ ਵੀਜ਼ਾ ਹੁੰਦਾ ਜਿਹੜੇ ਲੋਕ ਐਥਲੀਟਸ ਨੇ, ਸਪੋਰਟਸਮੈਨ ਵਧੀਆ ਤੇ ਜਾਂ ਫਿਰ ਕਲਚਰਲ ਐਕਟੀਵਿਟੀਜ਼ ਨਾਲ ਇਨਵੋਲਵ ਨੇ ਜਿਹਦੇ ਵਿੱਚ ਭਾਵੇਂ ਤੁਸੀਂ ਇੱਕ ਭੰਗੜੇ ਦੇ ਆਰਟਿਸਟ ਹੋ, ਚਾਹੇ ਡਰਾਮੇ ਦੇ ਹੋ, ਚਾਹੇ ਫਿਲਮਾਂ ਦੇ ਵਿੱਚ ਐਕਟਰ ਹੋ, ਜਾਂ ਤੁਸੀਂ ਜਰਨਲਿਸਟ ਵੀ ਹੋ, ਰਾਈਟਰ ਹੋ, ਜਾਂ ਤੁਸੀਂ ਲਾਇਬ੍ਰੇਰੀਅਨ ਹੋ ਫॉर ਐਗਜ਼ਾਮਪਲ ਇਦਾਂ ਦੇ, ਜਾਂ ਤੁਸੀਂ ਗ੍ਰਾਫਿਕ ਡਿਜ਼ਾਈਨਰ ਹੋ ਤਾਂ ਤੁਹਾਨੂੰ ਇਹਨਾਂ ਦੇ ਵਿੱਚ ਵੀ ਇਮੀਗ੍ਰੇਸ਼ਨ ਮਿਲ ਜਾਂਦੀ ਹੈ, ਬੜੀ ਸੌਖੀ ਮਿਲ ਜਾਂਦੀ ਹੈ ਤੇ ਉਹ ਵੀ ਅਵੇਲ ਕਰਨੀ ਚਾਹੀਦੀ ਹੈ। ਉਹਦੇ ਨਾਲ ਤੁਸੀਂ ਜੇ ਸਟਾਰਟਅਪ ਵੀਜ਼ਾ ਕਰਦੇ ਹੋ ਤਾਂ ਤੁਸੀਂ ਇੱਕ ਕੰਪਨੀ ਵੀ ਇੱਥੇ ਖੋਲ ਰਹੇ ਹੋ ਤਾਂ ਇੱਕ ਕੰਪਨੀ 'ਚ 5 EMPLOYE ਵੀ ਨਾਲ ਲਿਆ ਸਕਦੇ ਆ ਤੇ ਉਹਨਾਂ ਨੂੰ ਵੀ PR ਮਿਲ ਸਕਦੀ ਹੈ। ਸੋ ਇਦਾਂ ਦੀਆਂ ਜਿਹੜੀਆਂ ਪ੍ਰਿਵਿਲੇजेस ਨੇ ਉਹ ਵੀ ਐਗਜ਼ਿਸਟ ਕਰਦੀਆਂ ਨੇ। ਇਸ ਤੋਂ ਬਿਨਾਂ ਐਂਟਰਪ੍ਰੀਨਿਓਰ ਕੈਟਾਗਰੀ ਹੈ ਬਿਜ਼ਨਸ ਦੇ ਲਈ। ਸੋ ਮੈਂ ਜਦੋਂ ਮੈਂਬਰ ਆਫ ਪਾਰਲੀਮੈਂਟ ਸੀ ਤਾਂ ਮੈਂ ਗਵਰਨਮੈਂਟ ਦੇ ਜ਼ੋਰ ਲਾਉਂਦਾ ਸੀਗਾ ਕਿ ਫਰੰਟ ਡੋਰ ਖੋਲੋ ਇਮੀਗ੍ਰੇਸ਼ਨ ਦੇ। ਲੋਕ ਬੈਕ ਡੋਰ ਯੂਜ਼ ਕਰਦੇ ਸੀ ਜਾਂ ਰੋਸ਼ਨਦਾਨ ਖਿੜਕੀਆਂ ਥਾਈ ਦੀ ਕੈਨੇਡਾ ਚ ਆਉਂਦੇ ਸੀ ਤੇ ਉਹਨਾਂ ਨੂੰ ਬੰਦ ਕਰੋ। ਇੱਕ ਵਾਰ ਦੀ ਗੱਲ ਹੈ ਕਿ ਮਿਨਿਸਟਰ ਐਲਨੂਰ ਕੈਪਲਨ ਇਮੀਗ੍ਰੇਸ਼ਨ ਮਿਨਿਸਟਰ ਸੀ ਤੇ ਮੈਂ ਉਦੋਂ ਪਹਿਲਾਂ ਸਪੀਚ ਚ ਕਹਿ ਕੇ ਹਟਿਆ ਸੀਗਾ ਬੜੇ ਜ਼ੋਰ ਦੇ ਨਾਲ, ਜੋਸ਼ ਦੇ ਨਾਲ ਕਿ ਕੈਨੇਡਾ ਨੂੰ ਫਰੰਟ ਡੋਰ ਖੋਲਣੇ ਚਾਹੀਦੇ ਇਮੀਗ੍ਰੇਸ਼ਨ ਦੇ, ਬੈਕ ਡੋਰ ਬੰਦ ਕਰ ਦੇਣੇ ਚਾਹੀਦੇ ਨੇ। ਤਾਂ ਮਿਨਿਸਟਰ ਨੂੰ ਬੜਾ ਗੁੱਸਾ ਚੜਿਆ, ਉਹਨੇ ਸਪੀਚ ਦਿੱਤੀ ਤੇ ਮੇਰੇ ਵੱਲ ਇਸ਼ਾਰਾ ਕਰਕੇ ਕਹਿੰਦੀ in the new policy we have opened the front door and closed the back door ਤੇ ਫਿਰ ਉਸ ਤੋਂ ਬਾਅਦ ਫਿਰ ਮੈਂ ਕੁਐਸਚਨ ਦੇ ਵਿੱਚ ਕਿਹਾ, ਮੈਂ ਕਿਹਾ ਮਿਨਿਸਟਰ ਸੋ ਫਾਰ ਹਜੇ ਤੁਹਾਡੀ ਪਾਲਿਸੀ ਪੂਰੀ ਤਰ੍ਹਾਂ ਇੰਪਲੀਮੈਂਟ ਨਹੀਂ ਹੋਈ। You have tried to open the front door, you have tried to close the back door, but you have installed a revolving door in between ਕਿਉਂਕਿ ਉਹਦਾ ਟਾਈਮ ਬਹੁਤ ਲੱਗਦਾ ਸੀ ਲੋਕਾਂ ਨੂੰ। ਸੋ ਲੌਂਗ ਸਟੋਰੀ ਸ਼ਾਰਟ ਤੇ ਜਿਹੜੇ 100 ਦੇ ਕਰੀਬ ਪ੍ਰੋਗਰਾਮ ਨੇ ਕੈਨੇਡਾ 'ਚ ਇਮੀਗ੍ਰੇਸ਼ਨ ਲੈਣ ਲਈ ਉਹਨਾਂ ਨੂੰ ਅਵੇਲ ਕਰਨਾ ਚਾਹੀਦਾ। ਬਿਲਕੁਲ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਇਨਫੋਰਮੇਸ਼ਨ ਦਿੱਤੀ ਹੈ ਕਿ ਸੱਚਮੁੱਚ ਜਿਹੜਾ ਹੈ ਸਾਨੂੰ ਖਿੜਕੀਆਂ ਰੋਸ਼ਨਦਾਨ ਦੇ ਥਰੂ ਆਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਸੱਟ ਲੱਗ ਸਕਦੀ ਹੈ। ਸਾਨੂੰ ਜਿਹੜਾ ਫਰੰਟ ਡੋਰ ਜਿਹੜਾ ਉਹ ਜ਼ਰੂਰ ਯੂਜ਼ ਕਰਨਾ ਚਾਹੀਦਾ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਪਤਾ ਹੀ ਨਹੀਂ। ਅਸੀਂ ਕਈ ਵਾਰ ਇਹ ਹੈ ਕਿ ਇੱਕ ਦੂਜੇ ਦੇ ਮਗਰ ਲੱਗ ਕੇ ਜਾਂ ਉਹਨੇ ਇਸ ਤਰ੍ਹਾਂ ਕੀਤਾ ਮੈਂ ਵੀ ਇਸ ਤਰ੍ਹਾਂ ਕਰ ਲਵਾਂ। ਸੋ ਅਸੀਂ ਇਹ ਨਹੀਂ ਦੇਖਦੇ ਕਿ ਸਾਡੀ ਕਾਬਲੀਅਤ ਕੀ ਹੈ। ਬਿਲਕੁਲ ਇਨਫੈਕਟ ਤੁਸੀਂ ਬਿਲਕੁਲ ਸਹੀ ਗੱਲ ਕਹੀ ਹੈ। ਇਮੀਗ੍ਰੇਸ਼ਨ ਨੂੰ ਐਕਸਪਲੋਇਟ ਕਰਨ ਦੇ ਲਈ ਜਿਸ ਤਰ੍ਹਾਂ ਨੈਨੀ ਪ੍ਰੋਗਰਾਮ ਸੀਗਾ ਕੇਅਰ ਗਿਵਰ ਵਾਲਾ, ਜਦੋਂ ਇਹ ਪ੍ਰੋਗਰਾਮ ਚੱਲਿਆ ਤਾਂ ਸਾਡੇ ਲੋਕਾਂ ਨੇ ਧੱਜੀਆਂ ਉਡਾਤੀਆਂ। ਜਲੰਧਰ ਦੇ ਵਿੱਚ 700 ਦੇ ਕਰੀਬ ਨੈਨੀ ਟ੍ਰੇਨਿੰਗ ਸਕੂਲ ਸੀ ਜਲੰਧਰ ਦੇ ਵਿੱਚ 700 ਤੇ ਲੋਕਾਂ ਨੇ ਇੰਨੀ ਬਸ ਕਰਾਤੀ ਕਿ ਉਸ ਸਿਸਟਮ ਨੂੰ ਉਹਨਾਂ ਨੂੰ ਬੰਦ ਕਰਨਾ ਪਿਆ। ਕੋਟਾ ਜਿਹੜਾ ਸੀਗਾ ਜਲਦੀ ਪੂਰਾ ਹੋ ਗਿਆ ਤੇ ਜਿਹੜੇ ਕ੍ਰੋਕਡ ਇਮੀਗ੍ਰੇਸ਼ਨ ਕੰਸਲਟੈਂਟ ਨੇ ਸਰਟੀਫਾਈਡ ਕੰਸਲਟੈਂਟ ਨਹੀਂ, ਕਈ ਲੋਕ ਇਦਾਂ ਦੇ ਮੈਂ ਦੇਖੇ ਨੇ ਉਹਨਾਂ ਨੇ ਆਪਣੀ ਇਮੀਗ੍ਰੇਸ਼ਨ ਲਈ ਹੈ ਤੇ ਅਨਸਾਰ ਇਮੀਗ੍ਰੇਸ਼ਨ ਦਾ ਕੰਮ ਖੋਲ੍ਹਤਾ। ਜਦੋਂ ਉਹਨਾਂ ਨੇ ਆਪਣੀ ਇਮੀਗ੍ਰੇਸ਼ਨ ਲਈ ਹੈ ਤਾਂ ਉਹਨਾਂ ਨੂੰ ਇਮੀਗ੍ਰੇਸ਼ਨ ਬਾਰੇ ABC ਨਹੀਂ ਪਤਾ ਸੀ। ਫਿਰ ਜਦੋਂ ਲੋਕ ਆਪ ਅਪਲਾਈ ਕਰਦੇ ਨੇ ਇਮੀਗ੍ਰੇਸ਼ਨ ਲਈ
ਲੋਕ ਅਪਲਾਈ ਕਰ ਸਕਦੇ ਨੇ, ਜ਼ਰੂਰੀ ਨਹੀਂ ਕਿ ਇਮੀਗ੍ਰੇਸ਼ਨ ਕੰਸਲਟੈਂਟ ਜਾਂ ਕੋਈ ਵਕੀਲ ਹਾਇਰ ਕਰਨਾ। ਪਰ ਪ੍ਰੋਬਲਮ ਇਹ ਹੈ ਕਿ ਇਮੀਗ੍ਰੇਸ਼ਨ ਸਿਸਟਮ ਹੈ ਜਿਹੜਾ ਇਸ ਵੇਲੇ ਉਹ ਇੱਕ ਮੇਸ ਦੀ ਤਰ੍ਹਾਂ ਜੀ। ਮੇਸ ਦਾ ਮਤਲਬ ਹੈ ਜਿੱਦਾਂ ਦਿੱਲੀ ਜੰਤਰ ਮੰਤਰ ਹੈ, ਬੜੀਆਂ ਕੰਧਾਂ ਨੇ, ਤੁਸੀਂ ਜਾਣਦੇ ਹੋ, ਡੈਡ ਐਂਡ ਆ ਜਾਂਦਾ, ਫਿਰ ਤੁਹਾਨੂੰ ਪਿੱਛੇ ਮੁੜ ਕੇ ਇੱਧਰ ਜਾਣਾ ਪੈਂਦਾ, ਫਿਰ ਉੱਧਰ ਜਾਣਾ ਪੈਂਦਾ, ਦੈਨ ਯੂ ਫਾਈਂਡ ਆਊਟ ਯੂਰ ਵੇ। ਇੱਕ ਪਜ਼ਲ ਅਖਬਾਰਾਂ ਚ ਆਉਂਦੀ ਹੈ ਕਈ ਵਾਰੀ, ਮੈਗਜ਼ੀਨਾਂ ਦੇ ਵਿੱਚ, ਕਿ ਇੱਧਰੋਂ ਸ਼ੁਰੂ ਕਰਨਾ, ਇੱਧਰੋਂ ਬਾਹਰ ਨਿਕਲਣਾ, ਕਿੱਧਰ ਦੀ ਜਾਈਏ। ਇਮੀਗ੍ਰੇਸ਼ਨ ਸਿਸਟਮ ਇਜ਼ ਲਾਈਕ ਏ ਮੇਸ। ਜੇ ਤੁਹਾਨੂੰ ਤੁਸੀਂ ਕੰਮ ਵੀ ਆਪ ਕਰਨਾ ਤੇ ਲਰਨ ਵੀ ਨਾਲ ਦੀ ਨਾਲ ਕਰਨਾ, ਤੁਸੀਂ ਕਿਤੇ ਨਾ ਕਿਤੇ ਗਲਤੀ ਕਰ ਲੈਂਦੇ ਹੋ ਜੀ। ਇਮੀਗ੍ਰੇਸ਼ਨ ਦੇ ਵਿੱਚ ਤੁਹਾਨੂੰ ਜਾਂ ਤਾਂ 골ਡ ਮੈਡਲ ਮਿਲਦਾ, ਸਿਲਵਰ ਤੇ ਬ੍ਰੌਂਜ਼ ਮੈਡਲ ਨਹੀਂ ਮਿਲਦੇ, ਜਾਂ ਤੁਹਾਡੀ ਇਮੀਗ੍ਰੇਸ਼ਨ ਹੁੰਦੀ ਹੈ ਜਾਂ ਨਹੀਂ ਹੁੰਦੀ। ਇਹਦੇ ਵਿੱਚ देयर इज नो ਸੈਕੰਡ ਪ੍ਰਾਈਜ਼, ਓਨਲੀ ਫਸਟ ਪ੍ਰਾਈਜ਼। ਤੇ ਇਮੀਗ੍ਰੇਸ਼ਨ ਦੇ ਵਿੱਚ ਜਦੋਂ ਤੁਸੀਂ ਗਲਤ ਬੰਦੇ ਦੀ ਐਡਵਾਈਸ ਲੈਂਦੇ ਹੋ ਜਾਂ ਕਿਸੇ ਦੀ ਐਡਵਾਈਸ ਨਹੀਂ ਲੈਂਦੇ, ਫਿਰ ਤੁਸੀਂ ਪ੍ਰੋਬਲਮ 'ਚ ਪੈ ਜਾਂਦੇ ਹੋ। ਜਿਹੜੇ ਚੰਗੇ ਕੁਆਲੀਫਾਈਡ ਅਕ੍ਰੈਡਿਟਡ ਇਮੀਗ੍ਰੇਸ਼ਨ ਕੰਸਲਟੈਂਟ ਨੇ, ਦੇ ਆਰ ਲਾਈਕ ਏ GPS। ਤੁਸੀਂ ਕਿਤੇ ਨੈਵੀਗੇਟ ਕਰਨਾ ਮੇਸ ਦੇ ਵਿੱਚ ਦੀ, ਜੰਤਰ ਮੰਤਰ ਦੇ ਵਿੱਚ ਦੀ, ਜੇ ਤੁਹਾਡੇ ਕੋਲ GPS ਹੈਗਾ ਤੁਹਾਨੂੰ ਰਸਤਾ ਪਤਾ ਲੱਗ ਜਾਣਾ, ਤੁਸੀਂ ਬਾਹਰ ਸੌਖੇ ਨਿਕਲ ਜਾਓਗੇ। ਤੇ ਜੇ ਤੁਸੀਂ ਅੜ ਗਏ ਕਿਤੇ, ਤੁਹਾਨੂੰ ਡੈਡ ਐਂਡ ਆ ਜਾਂਦਾ ਤੇ ਤੁਹਾਨੂੰ ਇਮੀਗ੍ਰੇਸ਼ਨ ਜਿਹੜੇ ਅਥਾਰਟੀਜ਼ ਨੇ ਗਲਤ ਜਗ੍ਹਾ ਤੇ ਫਸਾ ਲੈਂਦੇ ਨੇ, ਫਿਰ ਤੁਹਾਡੇ ਕੋਲੇ ਕੋਈ ਸੋਲੂਸ਼ਨ ਨਹੀਂ ਰਹਿਣਾ। ਤੁਸੀਂ ਅਪੀਲਾਂ ਕਰਦੇ ਰਹਿੰਦੇ ਹੋ, ਪੈਸੇ ਖਰਚਦੇ ਰਹਿੰਦੇ ਹੋ ਤੇ ਸਮਾਂ ਖਰਾਬ ਕਰਦੇ ਰਹਿੰਦੇ ਹੋ, ਫਰਸਟ੍ਰੇਸ਼ਨ 'ਚ ਰਹਿੰਦੇ ਹੋ। ਤੁਹਾਨੂੰ ਕਦੇ ਇਨਕਮ ਜ਼ਿਆਦਾ ਸ਼ੋਅ ਕਰਨੀ ਪੈਂਦੀ ਹੈ, ਕਦੇ ਕੁਛ ਕਰਨਾ ਪੈਂਦਾ, ਕਈ ਤਰ੍ਹਾਂ ਦੇ ਪਾਪੜ ਵੇਲਣੇ ਪੈਂਦੇ ਨੇ। ਉਹਨਾਂ ਤੋਂ ਬਚਣ ਦੇ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਕੁਆਲੀਫਾਈਡ, ਐਕਸਪੀਰੀਅੰਸ, ਓਨੈਸਟ, ਟਰਸਟਵਰਦੀ, ਐਫੀਸ਼ੀਐਂਟ ਕੰਸਲਟੈਂਟ ਕੋਲ ਜਾਓ ਜੀ। ਮਿਸਟਰ ਗਰੇਵਾਲ, ਬਹੁਤ ਸਾਰੀ ਅੱਜ ਇਨਫੋਰਮੇਸ਼ਨ ਅਸੀਂ ਇਕੱਠੀ ਕਰ ਲਈ ਹੈ, ਪਰ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਨਾਲ ਇੱਕ ਹੋਰ ਐਪੀਸੋਡ ਕੀਤਾ ਜਾਵੇ ਤੇ ਜਿਹਦੇ ਵਿੱਚ ਜਿਹੜੀ ਇਨਫੋਰਮੇਸ਼ਨ ਰਹਿ ਗਈ ਹੈ ਅਸੀਂ ਉਹਦੇ ਬਾਰੇ ਵੀ ਜਿਹੜੀ ਗੱਲਬਾਤ ਕਰੀਏ। ਅੱਜ ਦੇ ਲਈ ਸਟੂਡੀਓ ਦੇ ਵਿੱਚ ਆਉਣ ਦੇ ਲਈ, ਇਨਫੋਰਮੇਸ਼ਨ ਸਾਡੇ ਵਿਊਅਰਸ ਤੱਕ ਪਹੁੰਚਾਉਣ ਦੇ ਲਈ ਬਹੁਤ ਬਹੁਤ ਥੈਂਕ ਯੂ। ਠੀਕ ਹੈ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ। ਜਿਵੇਂ ਮਿਸਟਰ ਗਰੇਵਾਲ ਨੇ ਦੱਸਿਆ ਹੈ ਕਿ ਜਦੋਂ ਇਮੀਗ੍ਰੇਸ਼ਨ ਦੀ ਗੱਲ ਆਉਂਦੀ ਹੈ, ਸਭ ਤੋਂ ਪਹਿਲਾ ਪੁਆਇੰਟ ਓਨੈਸਟੀ, ਫਿਰ ਰਿਕੁਆਇਰਮੈਂਟਸ ਤੇ ਤੁਹਾਡੀ ਕਾਬਲੀਅਤ ਕੀ ਹੈ, ਤੇ ਤੁਸੀਂ ਇਸ ਦੇ ਆਧਾਰ ਦੇ ਉੱਤੇ ਇਮੀਗ੍ਰੇਸ਼ਨ ਜ਼ਰੂਰ ਲੈ ਸਕਦੇ ਹੋ। ਜੇ ਤੁਸੀਂ ਸੁਪਨਾ ਦੇਖਿਆ ਕਿ ਅਸੀਂ ਕੈਨੇਡਾ ਦੇ ਵਿੱਚ ਹੀ ਸੈਟਲ ਹੋਣਾ, ਚਾਹੇ ਤੁਸੀਂ ਕੈਨੇਡਾ ਤੋਂ ਬਾਹਰ ਰਹਿ ਰਹੇ ਹੋ, ਚਾਹੇ ਕੈਨੇਡਾ ਦੇ ਵਿੱਚ ਹੀ ਰਹਿ ਰਹੇ ਹੋ ਪਰ ਟੈਂਪਰੇਰੀ ਰਹਿ ਰਹੇ ਹੋ। ਇਮੀਗ੍ਰੇਸ਼ਨ ਦੇ ਲਈ ਹੋਰ ਵੀ ਬਹੁਤ ਸਾਰੇ ਸਵਾਲ ਨੇ ਜਿਹੜੇ ਅਸੀਂ ਮਿਸਟਰ ਗਰੇਵਾਲ ਤੋਂ ਪੁੱਛਾਂਗੇ, ਪਰ ਅਗਲੇ ਐਪੀਸੋਡ ਦੇ ਵਿੱਚ। ਤੁਸੀਂ ਫਿਲਹਾਲ ਦੇਖਦੇ ਰਹੋ ਸਾਂਝਾ ਟੀਵੀ ਤੇ। ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।